ਰਿਦੈ ਖੈਰ ਦੀਜੈ। ਆਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹਲਾ ਪੰਜਵਾ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਤਰਨ ਤਾਰਨ ਹਰ ਨਿਧ, ਦੁਖ ਨਾ ਸਕੈ ਬਿਆਪ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਤਰਨ ਤਾਰਨ ਹਰ ਨਿਧ, ਦੁਖ ਨਾ ਸਕੈ ਬਿਆਪ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਝੈ। ਇਹ ਜਤਨ ਕਾਟ ਕਲ ਕਾਲ, ਰਹਾਉ ਆਦ ਅੰਤ ਦਇਆਲ ਪੂਰਨ। ਤਿਸ ਬਿਨਾ ਨਹੀਂ ਕੋਇ, ਜਨਮ ਮਰਨ ਨਿਵਾਰ ਹਰ ਜਪ। ਸਿਮਰ ਸੁਆਮੀ ਸੋਇ, ਵੇਦ ਸਿਮਰਤ ਕਥੈ ਸ਼ਾਸਤ। ਭਗਤ ਕਰਹਿ ਵਿਚਾਰ, ਮੁਕਤ ਪਾਈਐ ਸਾਧ ਸੰਗਤ। ਬਿਨਸ ਜਾਏ ਅੰਧਾਰ, ਚਰਨ ਕਮਲ ਆਧਾਰ ਜਨ ਕਾ। ਰਾਸ ਪੂੰਜੀ ਏਕ, ਤਾਨ ਮਾਨ ਦੀਵਾਨ ਸਾਚਾ। ਨਾਨਕ ਕੀ ਪ੍ਰਭ ਟੇਕ, ਚਰਨ ਕਮਲ ਆਧਾਰ ਜਨ ਕਾ। ਰਾਸ ਪੂੰਜੀ ਏਕ, ਤਾਨ ਮਾਨ ਦੀਵਾਨ ਸਾਚਾ। ਨਾਨਕ ਕੀ ਪ੍ਰਭ ਟੇਕ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਦੀ ਯਾਤਰਾ ਕਰ ਰਹੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਜਨਮ ਸਫਲ ਕਰ ਰਹੇ ਗੁਰਮੁਖ ਵਡਭਾਗੀ ਜਨੋ, ਸਮਾਂ ਹੈ ਪਾਵਨ ਦਰਬਾਰ ਦੀ ਮਰਿਆਦਾ ਅਨੁਸਾਰ ਕਥਾ ਵਿਚਾਰ ਦਾ। ਕਲਗੀਧਰ ਪਾਤਸ਼ਾਹ ਜੀ ਵੱਲੋਂ ਉਚਾਰਨ ਬਾਣੀ ਅਕਾਲ ਉਸਤਤ ਵਿੱਚੋਂ ਗੁਰਬਾਣੀ ਵਿਚਾਰ ਸਰਵਣ ਕਰਵਾ ਰਹੇ ਹਨ ਪਰਮ ਸਨਮਾਨਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ। 5 ਕੁ ਦਿਨ ਦਾ ਸਮਾਂ ਉਹਨਾਂ ਦਾ ਸਾਡੇ ਪਾਸ ਹੈ, ਸੋ ਆਓ ਬੜੇ ਪਿਆਰ ਅਦਬ ਦੇ ਨਾਲ ਸਤਿਗੁਰੂ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਕਮਾਲੇ ਕਰਾਮਾਤ ਕਾਇਮ ਕਰੀਮ, ਰਜਾ ਬਖਸ਼ ਰਾਜਕ ਰਿਹਾ ਕੌਣ ਰਹੀਮ। ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦੋ ਐਸ਼ ਅਰਸ਼। ਗਨੀਮੁਲ ਸ਼ਿਕਸਤੈ ਗਰੀਬੁਲ ਪਰਸਤੈ, ਬਿਲੰਦੁਲ ਮਕਾਨੈ ਜ਼ਮੀਨੁਲ ਜਮਾਨੈ। ਦੁਕਾਲੰ ਪਰਨਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਪੰਗਮ ਵਿਭੂਤੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਅਕਾਲ ਉਸਤਤ ਪਾਤਸ਼ਾਹੀ ਦਸਵੀਂ, ਤੈ ਪ੍ਰਸਾਦ ਕਬਿਤ। ਕਤਹੂੰ ਸੁਚੇਤ ਹੋਇ ਕੈ, ਚੇਤਨਾ ਕੋ ਚਾਰ ਕੀਓ। ਕਤਹੂੰ ਅਚਿੰਤ ਹੋਇ ਕੈ, ਸੋਵਤ ਅਚੇਤ ਹੋ। ਕਤਹੂੰ ਭਿਖਾਰੀ ਹੋਇ ਕੈ, ਮਾਂਗਤ ਫਿਰਤ ਭੀਖ। ਕਹੂੰ ਮਹਾਦਾਨ ਹੋਇ ਕੈ, ਮੰਗਿਓ ਧਨ ਦੇਤ ਹੋ। ਕਹੂੰ ਮਹਾਰਾਜਨ ਕੋ, ਦੀਜਤ ਅਨੰਤ ਦਾਨ। ਕਹੂੰ ਮਹਾਰਾਜਨ ਤੇ, ਛੀਨ ਛਿਤ ਲੇਤ ਹੋ। ਕਹੂੰ ਬੇਦ ਰੀਤ, ਕਹੂੰ ਤਾਸਿਉ ਵਿਪਰੀਤ। ਕਹੂੰ ਤ੍ਰਿਗੁਣ ਅਤੀਤ, ਕਹੂੰ ਸੁਰ ਗੁਣ ਸਮੇਤ ਹੋ। ਕਹੂੰ ਬੇਦ ਰੀਤ, ਕਹੂੰ ਤਾਸਿਉ ਵਿਪਰੀਤ। ਕਹੂੰ ਤ੍ਰਿਗੁਣ ਅਤੀਤ, ਕਹੂੰ ਸੁਰ ਗੁਣ ਸਮੇਤ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੇ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਪਹੁੰਚ ਕੇ ਆਪ ਜੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ।
ਅੱਜ ਦੇ ਗੁਰਮਤ ਵਿਚਾਰ ਦੇ ਸਮੇਂ ਵਿੱਚ ਕਲਗੀਧਰ ਪਾਤਸ਼ਾਹ ਗੁਰਦੇਵ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਵੀਆਂ ਦੇ ਕਵੀ ਆਪ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਤਵ ਪ੍ਰਸਾਦ ਕਵਿਤ ਜੋ ਅਕਾਲ ਉਸਤਤ ਵਿੱਚ ਸ਼੍ਰੀ ਦਸਮ ਗ੍ਰੰਥ ਵਿੱਚ ਸੁਭਾਏਮਾਨ ਹੈ। ਇਸ ਪਵਿੱਤਰ ਬਾਣੀ ਦੀ ਵਿਚਾਰ ਅੱਜ ਆਪਾਂ ਕਰਾਂਗੇ। ਆਪ ਜੀ ਨੇ ਪਹਿਲੇ ਕਵਿਤ ਦਾ ਪਾਠ ਸਰਵਣ ਕੀਤਾ ਹੈ। ਕੱਲ ਦੇ ਸਮੇਂ ਵਿੱਚ ਕੇਵਲ ਇਸ ਬਾਣੀ ਦੇ ਸੁਭਾਅ ਬਾਰੇ, ਇਹ ਗੁਰਬਾਣੀ ਕਿਸ ਦ੍ਰਿਸ਼ਟੀ ਵਿੱਚੋਂ ਉਚਾਰੀ ਗਈ ਹੈ, ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜ਼ਿੰਦਗੀ ਵਿੱਚ ਹਰ ਇੱਕ ਪੱਖ ਵਿੱਚ ਕੋਈ ਨਾ ਕੋਈ ਚੋਜ ਹੈ। ਉਹਨਾਂ ਨੇ ਕੋਈ ਨਾ ਕੋਈ ਖੇਡ ਖੇਡੀ ਹੈ। ਇਸੇ ਤਰ੍ਹਾਂ ਇਸ ਬਾਣੀ ਵਿੱਚ ਦਸਮ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਨੇ ਆਪਣੇ ਖਿਆਲਾਂ ਨੂੰ ਬਹੁਤ ਰੂਪਾਂ ਵਿੱਚ ਖਿਲਾਰਿਆ, ਜਿਹੜਾ ਇੰਨੀ ਜਲਦੀ ਮਨੁੱਖੀ ਬੁੱਧੀ ਦੀ ਪਕੜ ਵਿੱਚ ਨਹੀਂ ਆਉਂਦਾ। ਸਤਿਗੁਰੂ ਨੇ ਬੜੇ ਹੀ ਨਾਮ ਵਰਤੇ ਹਨ। ਪੜ੍ਹਨ ਵਾਲਾ ਕਈ ਵਾਰੀ ਭੁਲੇਖੇ ਵਿੱਚ ਵੀ ਪੈਂਦਾ ਹੈ ਕਿ ਜਿਨ੍ਹਾਂ ਦਾ ਤੁਸੀਂ ਖੰਡਨ ਕਰਦੇ ਹੋ ਉਹਨਾਂ ਦੇ ਵਿੱਚ ਹੀ ਕਹਿੰਦੇ ਹੋ ਪਰਮਾਤਮਾ ਵੀ ਹੈ। ਇਹ ਬਾਣੀ ਅਕਾਲ ਉਸਤਤ ਜਾਪ ਸਾਹਿਬ ਦੀ ਉਸ ਤੁਕ ਦੀ ਵਿਆਖਿਆ ਕਰਦੀ ਹੈ, ਜਿਹਦੇ ਵਿੱਚ ਮਹਾਰਾਜ ਕਹਿੰਦੇ ਨੇ, ਹੇ ਵਾਹਿਗੁਰੂ ਅਨੇਕ ਹੈ ਫਿਰ ਏਕ ਹੈ, ਤੂੰ ਹੈ ਇੱਕ ਪਰ ਤੂੰ ਅਨੇਕ ਵੀ ਹੈ, ਤੂੰ ਵੱਖਰਾ ਵੱਖਰਾ ਵੀ ਵਿਚਰ ਰਿਹਾ। ਇਕਤ ਰੂਪ ਫਿਰੈ ਪਰ ਛੰਨਾ, ਕੋਏ ਨਾ ਕਿਸ ਹੀ ਜਿਹਾ। ਇੰਨੇ ਤੂੰ ਜੀਵ ਪੈਦਾ ਕੀਤੇ ਨੇ, ਕੋਈ ਕਿਸੇ ਨਾਲ ਰਲਦਾ ਨਹੀਂ। ਕਿਸੇ ਦੇ ਹੱਥਾਂ ਦੇ ਚਿੰਨ੍ਹ ਕਿਸੇ ਨਾਲ ਨਹੀਂ ਮਿਲਦੇ, ਕਿਸੇ ਦੀ ਅੱਖ ਕਿਸੇ ਨਾਲ ਨਹੀਂ ਮਿਲਦੀ। ਇੱਕ ਰੁੱਖ ਦੇ ਰੁੱਖਾਂ ਦਾ ਵੱਖਰਾ ਹੋਣਾ ਤੇ ਵੱਖਰੀ ਗੱਲ ਹੈ। ਇੱਕ ਰੁੱਖ ਨੂੰ 1000 ਫਲ ਲੱਗਾ, ਉਹਨਾਂ ਦਾ ਵਜਨ ਆਪਸ ਵਿੱਚ ਨਹੀਂ ਮਿਲਦਾ, ਉਹਨਾਂ ਦਾ ਸਰੂਪ ਆਪਸ ਵਿੱਚ ਨਹੀਂ ਮਿਲਦਾ। ਇੱਕ ਰੁੱਖ ਨੂੰ ਕਿੰਨੇ ਪੱਤੇ ਲੱਗੇ ਹਨ, ਉਹਨਾਂ ਪੱਤਿਆਂ ਦਾ ਜਿਹੜਾ ਸਰੂਪ ਹੈ ਉਹ ਵੀ ਆਪਸ ਵਿੱਚ ਨਹੀਂ ਮਿਲਦਾ। ਤੂੰ ਅਨੇਕ ਹੈ ਪਰ ਫਿਰ ਵੀ ਤੂੰ ਇੱਕ ਹੈ। ਗੁਰੂ ਸਾਹਿਬ ਨੇ ਇੱਕ ਓੰਕਾਰ, ਭਾਵੇਂ ਇਸ ਬਾਣੀ ਵਿੱਚ ਉਹਦੇ ਕਈ ਰੂਪ ਦੱਸੇ ਨੇ, ਅੱਗੇ ਆਉਣਗੇ, ਪਰ ਜਦੋਂ ਉੱਤੇ ਇੱਕ ਓੰਕਾਰ ਆ ਜਾਂਦਾ ਉਹਦਾ ਮਤਲਬ ਸਿੱਖੀ ਦਾ ਜਿਹੜਾ ਟੀਚਾ ਹੈ, ਜਿਹੜਾ ਸਿਧਾਂਤ ਹੈ, ਉਹ ਅਕਾਲ ਪੁਰਖ ਇੱਕੋ ਹੀ ਹੈ, ਦੂਜਾ ਕੋਈ ਨਹੀਂ ਹੈ। ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਪਰ ਉਹ ਇੱਕ ਹੁੰਦਿਆਂ ਵੀ ਅਨੇਕ ਹੈ, ਵੱਖਰਾ ਵੱਖਰਾ ਹੈ। ਜਿਵੇਂ ਸੂਰਜ ਏਕੋ, ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਸੂਰਜ ਇੱਕੋ ਹੀ ਚੜਿਆ, ਅੱਜ ਵੀ ਵੇਖੋ ਸੂਰਜ ਇੱਕੋ ਹੀ ਚੜਿਆ, ਪਰ ਇੱਕੋ ਵਕਤ ਇਸ ਧਰਤੀ ਦੇ ਵੱਖ-ਵੱਖ ਟੁਕੜਿਆਂ ਵਿੱਚ ਕਿਤੇ ਅੱਤ ਦੀ ਗਰਮੀ ਪੈ ਰਹੀ ਹੈ, ਜਿੱਥੇ ਪਾਣੀ ਗਰਮ ਹੋ ਜਾਂਦਾ ਹੈ, ਤੇ ਕਿਸੇ ਥਾਂ ਤੇ ਇੰਨਾ ਮੌਸਮ ਠੰਡਾ ਹੈ ਵੀ ਉੱਥੇ ਸਭ ਕੁਝ ਫਰਿੱਜ ਹੋਈ ਜਾਂਦਾ, ਸਭ ਕੁਝ ਬਰਫ਼ ਬਣੀ ਜਾਂਦੀ ਹੈ। ਹੁਣ ਸੂਰਜ ਤੇ ਇੱਕੋ ਹੀ ਹੈ, ਧਰਤੀ ਦੇ ਕੋਣਿਆਂ ਦੇ ਫਰਕ ਹੋਣ ਕਰਕੇ ਵੱਖਰਾ ਵੱਖਰਾ ਰੰਗ ਵਿਖਾ ਰਿਹਾ ਹੈ। ਇਸ ਤਰ੍ਹਾਂ ਅਕਾਲ ਪੁਰਖ ਇੱਕੋ ਹੈ, ਪਰ ਹਰ ਇੱਕ ਜੀਵ ਦੇ ਵਿੱਚ ਜਦੋਂ ਉਹਦਾ ਪਰਛਾਵਾਂ ਪੈਂਦਾ, ਜਦੋਂ ਉਹਦੀ ਜੋਤ ਦਾ ਪ੍ਰਕਾਸ਼ ਪੈਂਦਾ, ਤੇ ਉਹਦੇ ਸੁਭਾਅ ਅਲੱਗ-ਅਲੱਗ ਵੱਖਰੇ ਵੱਖਰੇ ਹੋ ਜਾਂਦੇ ਨੇ। ਇਹ ਸਾਰੀ ਬਾਣੀ ਅਕਾਲ ਦੀ ਉਸਤਤ ਹੈ। ਗੁਰੂ ਸਾਹਿਬ ਨੇ, ਸੱਚੇ ਪਾਤਸ਼ਾਹ ਜੀ ਨੇ, ਜਦੋਂ ਰੱਬ ਦੇ ਰੰਗ ਵਿੱਚ ਉੱਚੇ ਉੱਠੇ, ਜੀਵ ਕੋਟੀ ਤੋਂ ਉੱਚੇ ਉੱਠ ਕੇ, ਜਿਵੇਂ ਆਪਾਂ ਕੱਲ ਵਿਚਾਰ ਕੀਤੀ ਸੀ ਕਿ ਬਾਣੀ ਕਈ ਰੂਪਾਂ ਵਿੱਚ ਉਚਾਰੀ ਗਈ ਹੈ, ਸਾਡੀਆਂ ਕਈ ਅਵਸਥਾਵਾਂ ਨੇ, ਕਈ ਦ੍ਰਿਸ਼ਟੀਆਂ ਨੇ। ਉਹਨਾਂ ਵਿੱਚੋਂ ਪਹਿਲੀ ਦ੍ਰਿਸ਼ਟੀ ਆਪਾਂ ਗਿਣੀ ਸੀ ਚਰਮ ਦ੍ਰਿਸ਼ਟੀ। ਆਪਾਂ ਸਿਰਫ ਸਰੀਰ ਯਾਨੀ ਕਿ ਚਰਮ ਮੈਨੇ ਚਮੜੇ ਦੇ ਸੁਭਾਅ ਵਿੱਚ ਜਿਉਂਦੇ ਹਾਂ। ਇਹਦਾ ਰੰਗ ਕਿਵੇਂ ਦਾ ਹੈ?
ਇਹਦਾ ਰੂਪ ਕਿਵੇਂ ਦਾ ਹੈ, ਸਰੀਰ ਦੇ ਰਸਾਂ ਵਿੱਚ ਰਹਿੰਦੇ ਆ, ਇਹ ਚਰਮ ਦ੍ਰਿਸ਼ਟੀ ਹੈ। ਉਹਦੇ ਤੋਂ ਅੱਗੇ ਆ ਜਾਂਦੀ ਭਰਮ ਦ੍ਰਿਸ਼ਟੀ। ਭਰਮ ਦਾ ਮਤਲਬ ਇਹ ਹੈ ਕਿ ਜਿਹੜੀਆਂ ਚੀਜ਼ਾਂ ਸਾਡੀਆਂ ਆਪਣੀਆਂ ਨਹੀਂ ਉਹ ਸਾਨੂੰ ਆਪਣੀਆਂ ਨਜ਼ਰ ਆਉਂਦੀਆਂ ਨੇ, ਦੂਜੀ ਦ੍ਰਿਸ਼ਟੀ ਹੈ। ਇਹਦੇ ਤੋਂ ਅੱਗੇ ਜਿਹਨੂੰ ਕੁਝ ਨਾ ਕੁਝ ਬਖਸ਼ਿਸ਼ ਹੁੰਦੀ ਏ, ਜਿਹੜਾ ਗੁਰੂ ਦਰ ਤੇ ਆਉਂਦਾ, ਜਿਹਨੂੰ ਗੁਰੂ ਕੀ ਬਾਣੀ ਦਾ ਗਿਆਨ ਬਖਸ਼ਿਸ਼ ਮਿਲਦੀ ਏ, ਉਹ ਫਿਰ ਇਹਨਾਂ ਦੋਹਾਂ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਨੂੰ ਤਿਆਗ ਕੇ ਅੱਗੇ ਤੀਜੀ ਵਿੱਚ ਚਲਾ ਜਾਂਦਾ, ਉਹਨੂੰ ਕਹਿੰਦੇ ਧਰਮ ਦ੍ਰਿਸ਼ਟੀ। ਫਿਰ ਜਦੋਂ ਧਰਮ ਦ੍ਰਿਸ਼ਟੀ ਦੀ ਕਮਾਈ ਕਰਦਾ ਹੈ, ਉਹਦੇ ਤੋਂ ਅੱਗੇ ਨਿਕਲ ਕੇ ਉਹਦੇ ਅੰਦਰ ਹੋਰ ਦ੍ਰਿਸ਼ਟੀ ਪੈਦਾ ਹੋ ਜਾਂਦੀ। ਧਰਮ ਤੋਂ ਅੱਗੇ ਉਹਦੇ ਅੰਦਰ ਫਿਰ ਦਿਵ ਦ੍ਰਿਸ਼ਟੀ ਪੈਦਾ ਹੋ ਜਾਂਦੀ ਹੈ। ਦਿਵ ਦ੍ਰਿਸ਼ਟੀ ਦੇ ਵਿੱਚ ਸਭ ਕੁਝ ਪਰਮਾਤਮਾ ਨਜ਼ਰ ਆਉਂਦਾ ਹੈ, ਆਪਣਾ ਕੁਝ ਨਜ਼ਰ ਹੀ ਨਹੀਂ ਆਉਂਦਾ। ਇੱਥੋਂ ਤੱਕ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਤਲਵਾਰ ਫੜਦੇ ਨੇ, ਉਦੋਂ ਤਲਵਾਰ ਵਿੱਚ ਉਹਨਾਂ ਦੀ ਬੜੀ ਮੁਹਾਰਤ ਤੇ ਬੜੀ ਸਾਫ਼ ਚਲਾਉਂਦੇ ਨੇ। ਜਦੋਂ ਤੀਰ ਚਲਾਉਂਦੇ ਨੇ, ਉਦੋਂ ਵੀ ਉਹਨਾਂ ਦੇ ਨਾਲ ਦਾ ਹੋਰ ਕੋਈ ਨਹੀਂ। ਤੇ ਜਦੋਂ ਆਪ ਜੀ ਕਵਿਤਾ ਰਚਦੇ ਨੇ, ਬਾਣੀ ਰਚਦੇ ਨੇ, ਕਲਮ ਫੜਦੇ ਨੇ, ਉਦੋਂ ਵੀ ਉਹਨਾਂ ਦੇ ਨਾਲ ਦਾ ਹੋਰ ਕੋਈ ਨਹੀਂ ਹੈ। ਆਪ ਜੀ ਨੇ ਅਕਾਲ ਉਸਤਤ ਪਾਉਂਟਾ ਸਾਹਿਬ ਵਿਖੇ ਉਚਾਰਨ ਕੀਤੀ ਹੈ। ਇੱਥੋਂ ਤੱਕ ਅੱਗੇ ਜਾ ਕੇ ਉਹ ਆਪਾਂ ਸ਼ਬਦ ਅਖੀਰਲੇ ਦਿਨ ਵਿਚਾਰਾਂਗੇ, ਜਿਹਦੇ ਵੀ ਸੱਚੇ ਪਾਤਸ਼ਾਹ ਨੇ 16 ਵਾਰੀ ਇਹ ਕਿਹਾ ਹੈ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਵਾਰ-ਵਾਰ ਇੱਕੋ ਹੀ ਲਫ਼ਜ਼ ਉਚਾਰਿਆ ਹੈ। ਉਹਦੇ ਵਿੱਚ ਇੰਨੇ ਰਸ ਵਿੱਚ ਚਲੇ ਗਏ, ਇੰਨੇ ਪ੍ਰੇਮ ਵਿੱਚ ਉਤਰ ਗਏ ਕਿ ਦੂਜਾ ਲਫ਼ਜ਼ ਅੱਗੋਂ ਉੱਠਦਾ ਹੀ ਨਹੀਂ। ਜਿਵੇਂ ਜਦੋਂ ਕੋਈ ਨਸ਼ਈ ਜੀਵ ਜਿਹੜਾ ਹੈ, ਨਸ਼ੇ ਦੇ ਵਿੱਚ ਇੰਨਾ ਧੁੱਤ ਹੋ ਜਾਂਦਾ ਹੈ ਕਿ ਉਹਦੀ ਜ਼ੁਬਾਨ ਤੇ ਕਈ ਵਾਰੀ ਇੱਕ ਲਫ਼ਜ਼ ਚੜ ਜਾਏ ਤੇ ਉਹ ਲਫ਼ਜ਼ ਪਰਤ ਕੇ ਦੁਹਰਾਈ ਜਾਂਦਾ, ਉਹਨੂੰ ਅਗਲਾ ਲਫ਼ਜ਼ ਔੜਦਾ ਹੀ ਨਹੀਂ, ਆਉਂਦਾ ਹੀ ਨਹੀਂ। ਅੰਦਰ ਇੰਨੇ ਸਵਾਦ ਵਿੱਚ। ਅਸਲ ਵਿੱਚ ਇਹ ਅਕਾਲ ਉਸਤਤ ਬਾਣੀ ਜਿਹੜੀ ਹੈ ਨਾ, ਇਹ ਇੱਕ ਨਸ਼ੇ ਸਰੂਰ ਦੇ ਵਿੱਚੋਂ ਉਚਾਰੀ ਹੋਈ, ਕਿਸੇ ਉੱਚੀ ਅਵਸਥਾ ਦੇ ਆਤਮਕ ਉਡਾਰੀ ਵਿੱਚ। ਮੈਂ ਸਿਰਫ ਉਦਾਹਰਨ ਲਈ ਹੈ। ਕਹਿਣ ਤੋਂ ਮੇਰਾ ਭਾਵ ਇਹ ਹੈ ਕਿ ਜਦੋਂ ਨਾਮ ਦਾ ਨਸ਼ਾ ਚੜ੍ਹਦਾ ਹੈ, ਜਦੋਂ ਅੱਖਾਂ ਵਿੱਚ ਉਹਦੀ ਦਿਵ ਦ੍ਰਿਸ਼ਟੀ ਆਉਂਦੀ, ਉਹਦਾ ਸਰੂਪ ਚੜ ਜਾਂਦਾ ਹੈ, ਤੇ ਉਹਦੇ ਵਿੱਚ ਫਿਰ ਜਿਹੜਾ ਸਾਹਮਣੇ ਆਉਂਦਾ ਹੈ, ਉਹਦੇ ਵਿੱਚੋਂ ਨਿਰੰਕਾਰ ਦੀ ਜੋਤ ਦੇ ਦਰਸ਼ਨ ਹੋਣ ਲੱਗ ਪੈਂਦੇ ਨੇ। ਗੁਰੂ ਸਾਹਿਬ ਉਸ ਅਵਸਥਾ ਵਿੱਚ ਗਏ ਨੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਹੇ ਵਾਹਿਗੁਰੂ, ਆ ਸੂਰਜ ਤੇ ਚੰਦਰਮਾ ਦੀਵੇ ਜਗੇ ਪਏ ਨੇ, ਸਾਰਾ ਆਕਾਸ਼ ਥਾਲ ਬਣਿਆ ਹੋਇਆ ਹੈ, ਇਹ ਤੇਰੀ ਆਰਤੀ ਕਰ ਰਿਹਾ ਹੈ। ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਣ ਲੋ, ਇੱਕ ਪਰਬਤ ਤੋਂ ਆਉਂਦੀ ਨਿਆਜ ਬੋਝ ਦੀ ਮਿੱਠੀ ਸੁਗੰਧੀ, ਇਹ ਤੇਰੇ ਵਾਸਤੇ ਧੂਪ ਧੁਖੀ ਹੋਈ ਹੈ। ਧੂਪ ਮਲ ਆਣ ਲੋ, ਪਵਨ ਚਬਰੋ ਕਰੇ, ਹਵਾ ਤੇਰੇ ਉੱਤੇ ਚੌਰ ਕਰ ਰਹੀ ਹੈ। ਸਗਲ ਬੰਦਰਾਏ ਫੁਲੰਤ ਜੋਤੀ, ਤੇ ਸਾਰੀ ਬਨਸਪਤੀ ਦੇ ਵਿੱਚੋਂ ਤੇਰੇ ਫੁੱਲ ਬਣ ਕੇ ਜੋਤ ਪ੍ਰਗਟ ਹੋ ਰਹੀ ਹੈ। ਚੌਵਾਂ ਪਾਸੇ ਉਹਦੇ ਦਰਸ਼ਨ ਕਰ ਰਹੇ ਨੇ। ਸ੍ਰਿਸ਼ਟੀ ਦੇ ਵਿੱਚੋਂ ਸ੍ਰਿਸ਼ਟਾ ਨੂੰ ਵੇਖਣਾ, ਇਸ ਸੰਸਾਰ ਦੇ ਵਿੱਚੋਂ ਪਾਰ ਬ੍ਰਹਮ ਨੂੰ ਵੇਖ ਲੈਣਾ। ਕਹਿੰਦੇ ਸਗਲ ਬੰਦਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ। ਇਹ ਕਿਵੇਂ ਦੀ ਆਰਤੀ ਤੇਰੀ ਹੋ ਰਹੀ? ਭਾਵ ਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜੰਤ ਭੇਰੀ ਰਹਾਓ। ਫਿਰ ਅੱਗੇ ਕਹਿੰਦੇ ਨੇ ਸਹਿਸ ਤਵ ਨੈਣ, ਆ ਜਿੰਨੀਆਂ ਅੱਖਾਂ ਨੇ ਸਾਰੀਆਂ ਵਿੱਚੋਂ ਤੂੰ ਵੇਖ ਰਿਹਾ। ਸਹਿਸ ਤਵ ਨੈਣ, ਹਜ਼ਾਰਾਂ ਨੇ ਤੇਰੀਆਂ ਅੱਖਾਂ। ਸਹਿਸ ਤਵ ਨੈਣ, ਨਨ ਨੈਣ ਹੈ ਤੋਏ ਕੋ, ਪਰ ਅੱਗੇ ਕਹਿ ਦਿੱਤਾ ਵੀ ਤੇਰਾ ਇੱਕ ਵੀ ਨੈਣ ਨਹੀਂ। ਆ ਜਿਹੜੀ, ਜੇ ਆਪਾਂ ਅਕਾਲ ਉਸਤਤ ਨੂੰ ਸਮਝਣਾ ਹੈ ਨਾ, ਤੇ ਇੱਕ ਤੁਕ ਨੂੰ ਨਾਲ ਰੱਖਾਂਗੇ ਸਾਰੇ ਦਿਨ, ਵੀ ਤੇਰੀਆਂ ਹਜ਼ਾਰਾਂ ਅੱਖਾਂ ਨੇ, ਤੇਰੀ ਇੱਕ ਵੀ ਅੱਖ ਨਹੀਂ। ਤੇਰੇ ਹਜ਼ਾਰਾਂ ਕੰਨ ਨੇ, ਤੇਰਾ ਇੱਕ ਵੀ ਕੰਨ ਨਹੀਂ। ਤੇਰੇ ਹਜ਼ਾਰਾਂ ਪੈਰ ਨੇ, ਤੇਰਾ ਇੱਕ ਵੀ ਪੈਰ ਨਹੀਂ। ਕਿਉਂਕਿ ਇੱਥੇ ਭੁਲੇਖਾ ਪੈ ਸਕਦਾ ਸੀ ਵੀ ਫਿਰ ਤੇ ਪਰਮਾਤਮਾ ਸਰੀਰ ਬਣ ਗਿਆ, ਉਹਦੀਆਂ ਤੇ ਅੱਖਾਂ ਵੀ ਹਨ, ਉਹਦੇ ਤੇ ਕੰਨ ਵੀ ਹਨ, ਉਹਦੇ ਤੇ ਪੈਰ ਵੀ ਨੇ। ਇੱਥੇ ਇਹ ਭੁਲੇਖਾ ਪੈ ਸਕਦਾ ਸੀ ਪਰਮਾਤਮਾ ਇੱਕ ਵਿਅਕਤੀ ਏ। ਤੇ ਜੇ ਆਪਾਂ ਕੱਲੀ ਇੱਕੋ ਗੱਲ ਕਹੀ ਜਾਈਏ ਕਿ ਪਰਮਾਤਮਾ ਸਿਰਫ ਜੋਤ ਹੈ, ਤੇ ਉੱਥੇ ਦੂਜਾ ਵੱਡਾ ਭੁਲੇਖਾ ਪੈ ਸਕਦਾ ਸੀ, ਜਿਹਦੇ ਵਿੱਚ ਮਨੁੱਖ ਪਰਮਾਤਮਾ ਨੂੰ ਸਿਰਫ ਕਲਪਨਾ ਸਮਝਦਾ
ਤੇ ਉਹਦੀ ਮੂਰਤ ਦੇ ਤੇ ਕਿਤੇ ਦਰਸ਼ਨ ਹੋਣੇ ਹੀ ਨਹੀਂ ਸਨ। ਸਹਿਸ ਤਬ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਹਜ਼ਾਰਾਂ ਤੇਰੀਆਂ ਮੂਰਤਾਂ ਨੇ, ਆ ਜਿੰਨੇ ਸਰੀਰ ਨੇ ਇਹ ਤੇਰੀਆਂ ਮੂਰਤਾਂ ਨੇ। ਹੁਣ ਤੁਸੀਂ ਵੇਖੋਗੇ ਨਾ ਆਪਣੇ ਪੁਰਾਣੇ ਭਾਰਤ ਦੀ ਸੰਸਕ੍ਰਿਤੀ ਵਿੱਚ ਅੱਜ ਤੱਕ ਵੀ ਇੱਕ ਸ਼ਬਦ ਚੱਲਦਾ ਹੈ। ਉਹ ਸ਼ਬਦ ਹੈ ਵੀ 33 ਕਰੋੜ ਦੇਵਤਾ। 33 ਕਰੋੜ ਦੇਵਤਾ। ਹੁਣ 33 ਕਰੋੜ ਦੇਵਤਾ ਕਿੱਥੋਂ ਆ ਗਿਆ? ਇਹ ਤੇ ਉਦੋਂ ਦੀ ਗੱਲ ਹੈ ਜਦੋਂ 33 ਕਰੋੜ ਦੇਵਤਾ ਸ਼ਾਇਦ ਸਾਰੇ ਦੇਸ਼ ਦੀ ਜਨਸੰਖਿਆ ਹੋਵੇਗੀ, ਤੇ ਫਿਰ ਪੂਜਣ ਵਾਲੇ ਇੰਨੇ ਤੇ ਦੇਵਤਾ ਕਿੱਥੋਂ ਆ ਗਏ? ਇਹਦਾ ਮਤਲਬ ਕੀ ਸੀ? ਹਰ ਇੱਕ ਚੀਜ਼ ਨੂੰ ਆਪਾਂ ਖੰਡਨ ਨਹੀਂ ਕਰਨਾ, ਉਹਦੇ ਭਾਵ ਅਰਥ ਵਿੱਚੋਂ ਲੱਭਣੇ ਵੀ ਇਹਦਾ ਅਰਥ ਕੀ ਹੈ। ਅਸਲ ਵਿੱਚ ਪੁਰਾਣੇ ਲੋਕਾਂ ਨੇ ਕਿਹਾ ਸੀ ਵੀ ਹੋਰ ਕਿਸੇ ਆਕਾਸ਼ ਵਿੱਚੋਂ ਰੱਥ ਤੇ ਬਹਿ ਕੇ ਉਤਰਨ ਵਾਲੇ ਦੇਵਤੇ ਨੂੰ ਨਾ ਉਡੀਕੀ। ਆ ਜਿਹੜੇ ਮਨੁੱਖ 33 ਕਰੋੜ ਤੇਰੇ ਸਾਹਮਣੇ, ਭਾਵੇਂ ਕੋਈ ਗਰੀਬ ਹੈ, ਅਮੀਰ ਹੈ, ਮਾੜਾ ਹੈ, ਚੰਗਾ ਹੈ, ਆ ਸਾਰੀਆਂ ਪਰਮਾਤਮਾ ਦੀਆਂ ਮੂਰਤੀਆਂ ਤੁਰੀਆਂ ਫਿਰਦੀਆਂ, ਸਾਰੇ ਉਹਦੇ ਦੇਵਤੇ ਨੇ। ਹੋਰ ਦੇਵਤਾ ਕਿਹੜਾ ਹੈ? ਜਿਹੜਾ ਦੇਵਤਾ ਸਾਡੇ ਸਾਹਮਣੇ ਉਹਨੂੰ ਤੇ ਇਨਕਾਰ ਕਰ ਦਿੰਦੇ ਆ ਤੇ ਪੱਥਰ ਦਾ ਬਣਾ ਕੇ ਉਹਦੀ ਪੂਜਾ ਕਰੀ ਜਾਂਦੇ ਆ। ਜਿਹੜਾ ਦੇਵਤਾ ਸਾਡੇ ਸਾਹਮਣੇ ਬੈਠਾ ਹੈ, ਇਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਾਰੇ, ਇਹ ਸਾਰੇ ਤੇਰੇ ਰੂਪ ਨੇ। ਤਾਂ ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਮਹਾਰਾਜ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਪਰ ਉਹ ਜੋਤ ਦਿਸੇਗੀ ਕਦੋਂ? ਜਦੋਂ ਮਹਾਰਾਜ ਕਹਿੰਦੇ ਗੁਰ ਸਾਖੀ, ਜਦੋਂ ਅੰਦਰ ਗੁਰੂ ਦੀ ਸਿੱਖਿਆ ਜਾਗ ਪਈ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਇਸ ਸ਼ਬਦ ਦੀ ਆਰੰਭਤਾ ਕਰਨ ਤੋਂ ਪਹਿਲਾਂ ਇੱਕ ਵਾਰੀ ਇਹਦੇ ਸਿਧਾਂਤ ਨੂੰ ਸਾਰੇ ਪੜ੍ਹ ਲਈਏ ਕਿ ਗੁਰੂ ਗ੍ਰੰਥ ਸਾਹਿਬ ਇਹਦੇ ਉੱਤੇ ਮੋਹਰ ਲਾਉਂਦੇ ਨੇ। ਜੋ ਅੱਗੇ ਆਉਣਗੇ ਸਾਰਿਆਂ ਵਿੱਚ ਉਹਦੀ ਜੋਤ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਸਾਨੂੰ ਨਜ਼ਰ ਆਉਂਦੀ ਏ, ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਾਰਿਆਂ ਵਿੱਚ ਇੱਕੋ ਹੀ ਜੋਤ ਏ। ਆਓ ਪਿਆਰ ਨਾਲ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਸਭ ਮੈਂ ਜੋਤ ਜੋਤ ਹੈ ਸੋਏ, ਸਭ ਮੈਂ ਜੋਤ ਜੋਤ ਹੈ ਸੋਏ। ਸਭ ਮੈਂ ਜੋਤ ਜੋਤ ਹੈ ਸੋਏ, ਸਭ ਮੈਂ ਜੋਤ ਜੋਤ ਹੈ ਸੋਏ। ਸਭ ਮੈਂ ਹਰ ਇੱਕ ਵਿੱਚ ਤੇਰੀ ਜੋਤ। ਜਦੋਂ ਦ੍ਰਿਸ਼ਟੀ ਖੁੱਲਦੀ ਏ, ਗੁਰੂ ਕਲਗੀਧਰ ਪਾਤਸ਼ਾਹ ਚੌਂਕੜਾ ਲਾ ਕੇ ਜਮਨਾ ਦੇ ਕਿਨਾਰੇ ਤੇ ਗੁਰੂ ਕੇ ਸਿੱਖਾਂ ਕਵੀਆਂ ਦੇ ਵਿੱਚ ਬੈਠੇ ਨੇ ਤੇ ਉਸ ਰੰਗ ਵਿੱਚ ਆ ਕੇ ਉਚਾਰਨ ਕਰਦੇ ਹਨ, ਕਤਹੁ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ। ਹੇ ਵਾਹਿਗੁਰੂ, ਕਿਸੇ ਥਾਂ ਤੇ ਤੂੰ ਬੜਾ ਹੀ ਸਿਆਣਾ ਹੋ ਕੇ ਵਿਚਰ ਰਿਹਾ। ਚੇਤਨਾ, ਚੇਤਨਾ ਮੈਨੇ ਬੁੱਧੀ, ਚੇਤਨਾ ਮੈਨੇ ਸੁਰਤੀ, ਚੇਤਨਾ ਮੈਨੇ ਆਤਮਾ। ਕਿਸੇ ਥਾਂ ਤੇ ਤਾਂ ਇਸ ਤਰ੍ਹਾਂ ਦਾ ਤੂੰ ਰੂਪ ਧਾਰਿਆ ਹੋਇਆ ਕਿ ਤੂੰ ਬੜਾ ਸੁਚੇਤ ਹੈ। ਹੁਣ ਕਈ ਮਨੁੱਖ ਵੇਖਦੇ ਆ ਬੜੇ ਸੁਚੇਤ ਨੇ, ਥੋੜਾ ਜਿਹਾ ਇਸ਼ਾਰਾ ਕਰੋ ਉਸੇ ਵੇਲੇ ਸਮਝ ਜਾਣਗੇ। ਇੰਨੀ ਉਹਨਾਂ ਵਿੱਚ ਚੇਤਨਤਾ ਹੈ। ਚੇਤਨਤਾ ਦਾ ਮਤਲਬ ਕੀ? ਅਵੇਅਰਨੈਸ, ਗਿਆਨ ਅਵਸਥਾ, ਹਰ ਇੱਕ ਚੀਜ਼ ਦੀ ਪਕੜ ਕਰਦੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐ ਸੁਚੇਤਨ, ਐ ਸਿਆਣੇ ਮਨੁੱਖ, ਇਹ ਧਿਆਨ ਰੱਖ, ਤੇਰੇ ਵਿੱਚ ਜਿਹੜੀ ਚੇਤਨਾ ਹੈ, ਜਿਹੜੀ ਤੇਰੇ ਵਿੱਚ ਅਵੇਅਰਨੈਸ ਹੈ, ਤੂੰ ਵਿਦਿਆ ਨੂੰ ਬੜੀ ਜਲਦੀ ਪਕੜ ਲੈਣਾ ਹੈ, ਇਹ ਤੇਰੀ ਆਪਣੀ ਸਿਆਣਪ ਨਹੀਂ, ਇਹ ਪਰਮੇਸ਼ਰ ਦੀ ਚੇਤਨਾ ਤੇਰੇ ਵਿੱਚ ਜਾਗੀ ਹੈ। ਤੂੰ ਆਪਣਾ ਹੰਕਾਰ ਛੱਡ ਦੇ। ਜੇ ਤੂੰ ਚੇਤਨ ਹੈ ਬੜਾ, ਜੇ ਤੂੰ ਸਿਆਣਾ ਬੜਾ, ਜੇ ਤੂੰ ਹੁਸ਼ਿਆਰ ਬੜਾ, ਤੂੰ ਹਰ ਇੱਕ ਚੀਜ਼ ਨੂੰ, ਇੱਕ ਇੱਕ ਚੀਜ਼ ਨੂੰ ਨਖੇੜ ਦੇਣਾ ਹੈ, ਸੱਚ ਤੇ ਝੂਠ ਨੂੰ ਵੱਖਰੇ ਕਰਨ ਵਾਲਾ ਹੈ। ਤੇਰੀ ਸੁਰਤ ਬੜੀ ਬਰੀਕ ਹੈ, ਸ਼ਬਦ ਦੇ ਨਾਲ ਬੜੀ ਜਲਦੀ ਜੁੜ ਜਾਂਦੀ ਹੈ, ਤੇ ਇਹ ਚੇਤਨਾ ਵਾਹਿਗੁਰੂ ਦੀ ਤੇਰੇ ਵਿੱਚ ਵਿਚਰ ਰਹੀ ਹੈ। ਚੇਤਨਾ ਤੇਰੀ ਆਪਣੀ ਨਹੀਂ ਹੈ। ਇਹਦੇ ਵਿੱਚ ਦੋ ਕੰਮ ਇਕੱਠੇ ਹੋ ਗਏ। ਇੱਕ ਤਾਂ ਸਿਆਣੇ ਪੁਰਸ਼ ਵਿੱਚੋਂ ਪਰਮੇਸ਼ਰ ਦੇ ਦੀਦਾਰ ਹੋਏ, ਦੂਸਰਾ ਸਿਆਣੇ ਮਨੁੱਖ ਨੂੰ ਗੁਰੂ ਸਾਹਿਬ ਨੇ ਜਗਾ ਦਿੱਤਾ
क्योंकि कई बार चेतनता का भी हंकार हो जाता है, सियाणपता भी हंकार हो जाता है भी मेरे वर्गा ते सियाणे कोई नहीं, मेरे वर्गी ते विद्या किसी को कोई नहीं। महाराज दोवां नूं सुचेत करते हैं। एक तां कतहूं, कतहूं दा अर्थ है किते किते, किसे थां ते सुचेत होइका है, तू बड़ा सुचेत है, बड़ा सियाणा है। चेतना को चार कियो, तू अपनी सियाणप दा बड़ा विस्तार कीता है, तू अपनी चेतना नू बड़ा सुंदर बनाया होया है। भाव ये मनुख नहीं, ये परमात्मा ही सियाणा है। हुण अगे बचन बिल्कुल नैगेटिव क्या है, इत्थे तां क्या है ना भी सियाणे विच तू है। अगे कहंदे कतहूं अचिंत होए कह सोवत अचेत हो। हे वैगुरु किसे थां ते तू बुद्धू बन के बिल्कुल तेनू आउंदा ही कुछ नहीं, उत्थे भी तू ही है। किसे थां ते तू सियाणा बना, किसे थां ते बिल्कुल तेरे अंदर चेतनता है ही नहीं, मत्था मारी जाओ जिन्ना मर्जी, समझदा ही नहीं तू। इनू थोड़ा जिहा सहन करन वाले शब्द आउणगे विच। ये बेअदबी नहीं है, क्योंकि आपां अकाल पुरख बारे बड़े ही यानी कि सत्कारयोग शब्द वरतने आ और वरतने चाहिए ने, पर जिहड़ी दिव्य दृष्टि है ना ਉਹਦੇ ਵਿੱਚ ਜਿਹੜੀ ਨਿੰਦਿਤ ਚੀਜ਼ਾਂ ਨੇ ਉਹਦੇ ਵਿੱਚ ਵੀ ਉਹਦਾ ਰੂਪ ਦਿਸਦਾ ਹੈ, ਉਹਦੇ ਵਿੱਚ ਵੀ ਉਹਦਾ ਰੂਪ ਦਿਸ ਰਿਹਾ। ਮੈਂ ਤਾਂ ਥੋੜੇ ਥੋੜੇ ਸਹਿਣ ਵਾਲੇ ਸ਼ਬਦ ਹੁਣੇ ਹੀ ਕਹਿਣੇ ਸ਼ੁਰੂ ਕਰ ਦਿੱਤੇ ਨੇ, ਕਿਉਂਕਿ ਅੱਗੇ ਕੁਝ ਸ਼ਬਦ ਐਸੇ ਆ ਜਾਣੇ ਨੇ ਜਿੱਥੇ ਅਸੀਂ ਕਹਿ ਸਕਨੇ ਹਾਂ ਵੀ ਗੁਰੂ ਸਾਹਿਬ ਕਿਵੇਂ ਕਹਿ ਸਕਦੇ ਨੇ। ਆਮ ਬੰਦੇ ਦੀ ਗੱਲ ਨਹੀਂ, ਵਿਦਵਾਨਾਂ ਨੂੰ ਲਿਖਾ ਲੱਗਾ। ਕਿਤੇ ਜਾ ਕੇ ਮਹਾਰਾਜ ਇਹ ਵੀ ਕਹਿ ਦੇਣਗੇ ਇੱਕ ਥਾਂ ਤੇ ਪਤੀ ਵਰਤ ਗ੍ਰਸਤੀ ਉੱਚੇ ਕਰੈਕਟਰ ਵਾਲਾ ਵੀ ਤੂੰ ਹੈ, ਤੇ ਕਿਤੇ ਪਰ ਗ੍ਰਹਿ ਪਰ ਨਾਰਦ ਦੇ ਗ੍ਰਹਿ ਵਿੱਚ ਵੀ ਤੂੰ ਕਰੈਕਟਰਲੈਸ ਹੈ। ਇਹ ਕਿੱਡੀ ਵੇਖੋ ਗੱਲ ਆਊਟ ਲੱਗਦੀ। ਹੁਣ ਇਹਦੇ ਉੱਤੇ ਆਪਾਂ ਥੋੜੀ ਜਿਹੀ ਅੱਗੇ ਜਾ ਕੇ ਵਿਚਾਰ ਕਰਾਂਗੇ ਕਿ ਉਹ ਜਿਹੜਾ ਕਰਮ ਹੈ ਨਾ, ਬੁੱਧੂ ਹੋਣਾ ਜਾਂ ਕਰੈਕਟਰਲੈਸ ਹੋਣਾ ਜਾਂ ਪਰ ਗ੍ਰਹਿ ਜਾਣਾ ਜਾਂ ਲੋਭੀ ਹੋਣਾ ਜਾਂ ਕਾਮੀ ਹੋਣਾ ਜਾਂ ਕ੍ਰੋਧੀ ਹੋਣਾ, ਇਹ ਗੁਰੂ ਸਾਹਿਬ ਇਹ ਨਹੀਂ ਕਹਿ ਰਹੇ ਵੀ ਇਹ ਕਰਮ ਚੰਗੇ ਨੇ ਤੇ ਕਰਨੇ ਚਾਹੀਦੇ ਨੇ। ਇਹ ਸਾਨੂੰ ਨਖੇੜ ਕੇ ਰੱਖਣਾ ਪੈਣਾ, ਇਸ ਕਰਕੇ ਕਠਿਨ ਹੈ ਇਹ ਬਾਣੀ। ਜਿਹੜੀ ਇਸ ਪੱਖੋਂ ਕਠਿਨ ਕਿਹਦੇ ਵਾਸਤੇ ਹੈ? ਜਿਹੜਾ ਕੇਵਲ ਨੀਵੇਂ ਤਲ ਤੇ ਜਿਉ ਰਿਹਾ ਮਨੁੱਖ, ਉਹ ਇਹਦੇ ਅਰਥ ਨਹੀਂ ਸਮਝੇਗਾ, ਉਹਨੂੰ ਭੁਲੇਖਾ ਵੀ ਪੈ ਸਕਦਾ। ਤਾਂ ਮੈਂ ਕੱਲ ਸਾਰਾ ਟਾਈਮ ਪੂਰਾ ਇੱਕ ਦਿਨ ਇਹਦੇ ਅਰਥ ਸ਼ੁਰੂ ਨਹੀਂ ਸਨ ਕੀਤੇ, ਕੇਵਲ ਉਹਦਾ ਆਧਾਰ ਕਿਹਾ ਸੀ। ਤੇ ਜੇ ਕਿਸੇ ਨੂੰ ਅੱਜ ਦੀ ਕਥਾ ਵਿੱਚੋਂ ਭੁਲੇਖਾ ਲੱਗਦਾ ਹੈ, ਉਹ ਕੱਲ ਵਾਲੀ ਪਿਛਲੀ ਕਥਾ ਜ਼ਰੂਰ ਸੁਣੇ। ਜੇ ਕਿਸੇ ਚੀਜ਼ ਨੂੰ ਕਲੀਅਰ ਕਰਨਾ ਹੈ ਨਾ, ਇਹ ਤਾਂ ਪੂਰੀ ਕਲਾਸ ਹੈ ਨਾ, ਪੂਰਾ ਸਬਜੈਕਟ ਹੈ। ਹੁਣ ਅਸੀਂ ਕਰਦੇ ਕੀ ਆ, ਕਈ ਵਾਰੀ ਥੋੜੀ ਜੀ ਸੁਣ ਕੇ ਅਸੀਂ ਭੁਲੇਖੇ ਵਿੱਚ ਪੈ ਜਾਂਦੇ ਆ ਤੇ ਉਸ ਭੁਲੇਖੇ ਨੂੰ ਸੱਚ ਮੰਨ ਲਿਆ ਜਾਂਦਾ ਹੈ, ਉੱਥੇ ਅਸੀਂ ਗਲਤੀ ਕਰ ਜਾਂਦੇ। ਉਹਦੇ ਤੋਂ ਅੱਗੇ ਨਿਕਲਣਾ ਹੈ, ਉਹਦੇ ਤੋਂ ਅੱਗੇ ਜਾ ਕੇ ਉਹ ਸਾਰੇ ਸਬਜੈਕਟ ਨੂੰ ਵੇਖਣਾ ਹੈ। ਮਹਾਰਾਜ ਕਹਿੰਦੇ ਕਤਹੂੰ ਅਚਿੰਤ ਹੋਏ ਕਹਿ, ਕਿਤੇ ਤੂੰ ਬਿਲਕੁਲ ਅਚੇਤ ਹੈ, ਤੈਨੂੰ ਕੋਈ ਫਿਕਰ ਨਹੀਂ, ਤੈਨੂੰ ਕੁਝ ਵੀ ਨਹੀਂ ਆਉਂਦਾ। ਸੋਵਤ ਅਚੇਤ ਹੋ, ਸੁੱਤਾ ਪਿਆ। ਜਿਵੇਂ ਆਪਾਂ ਕਿਸੇ ਨੂੰ ਕਹਿੰਦੇ ਆ ਨਾ ਕੋਈ ਗੱਲ ਕਹੀਏ ਤੇ ਉਹ ਗੱਲ ਸੁਣੇ ਨਾ ਧਿਆਨ ਨਾਲ, ਤੇ ਆਪਾਂ ਉਹਨੂੰ ਜਾਗਦੇ ਬੰਦੇ ਨੂੰ ਕਹਿੰਦੇ ਤੂੰ ਸੁੱਤਾ ਹੋਇਆ, ਤੂੰ ਬੁੱਧੂ ਹੈ, ਤੈਨੂੰ ਗੱਲ ਨਹੀਂ ਸਮਝ ਆਉਂਦੀ। ਇੱਥੇ ਮੈਂ ਇੱਕ ਬੇਨਤੀ ਕਰਾਂਗਾ, ਇੱਥੇ ਗੁਰੂ ਸਾਹਿਬ ਉਹਦੇ ਵਿੱਚ ਵਰਤਦੀ ਜੋਤ ਨੂੰ ਕਹਿ ਰਹੇ ਨੇ ਕਿ ਇਹ ਪਰਮਾਤਮਾ ਹੈ। ਉਹਦੇ ਕਰਮਾਂ ਦੇ ਨਾਲ ਪਰਮਾਤਮਾ ਨੂੰ ਨਹੀਂ ਜੋੜ ਰਹੇ। ਕਰਮਾਂ ਦਾ ਜ਼ਿੰਮੇਵਾਰ ਉਹ ਮਨੁੱਖ ਹੈ, ਉਹਦਾ ਖੰਡਨ ਵੀ ਕਰਨਗੇ, ਉਹਨੂੰ ਖੰਡਿਤ ਵੀ ਕਰਨਗੇ ਵੀ ਤੂੰ ਗਲਤ ਕਰਮ ਕਰ ਰਿਹਾ ਹੈ। ਪਰ ਉਹਦੇ ਵਿੱਚ ਜਿਹੜੀ ਜੋਤ ਅੰਦਰ ਵਰਤ ਰਹੀ ਹੈ, ਉਹਦੇ ਕਰਮਾਂ ਨੂੰ ਸੱਚ ਨਹੀਂ ਕਹਿ ਰਹੇ ਵੀ ਠੀਕ ਨੇ। ਉਹਦੇ ਅੰਦਰ ਜਿਹੜੀ ਜੋਤ ਵਰਤ ਰਹੀ ਹੈ, ਕਹਿੰਦੇ ਨੇ ਆ ਜੋਤ ਤੇਰੀ ਹੈ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਇੱਕ ਸ਼ਬਦ ਭਗਤ ਨਾਮਦੇਵ ਜੀ ਦਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਜਿਹਦੇ ਵਿੱਚ ਵਿਸ਼ਾ ਬਿਲਕੁਲ ਕਲੀਅਰ ਕੀਤਾ ਹੈ। ਔਰ ਆਪ ਜੀ ਨੂੰ ਮੈਂ ਬੇਨਤੀ ਕਰਾਂ, ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਸ਼ਬਦ ਐਸੇ ਨੇ, ਜੇ ਤੁਸੀਂ ਦਸਮ ਗ੍ਰੰਥ ਨੂੰ ਨਹੀਂ ਪੜ੍ਹਦੇ ਉਹ ਸ਼ਬਦ ਕਲੀਅਰ ਨਹੀਂ ਹੋਣਗੇ। ਜੇ ਤੁਸੀਂ ਭਾਈ ਗੁਰਦਾਸ ਜੀ ਨੂੰ ਨਹੀਂ ਪੜ੍ਹਦੇ ਉਹ ਸ਼ਬਦ ਕਲੀਅਰ ਨਹੀਂ ਹੋਣਗੇ, ਭੁਲੇਖਾ ਪਾਉਣਗੇ। ਆਪਾਂ ਉਹਨਾਂ ਸ਼ਬਦਾਂ ਤੱਕ ਅਜੇ ਗਏ ਨਹੀਂ, ਉਹਨਾਂ ਸ਼ਬਦਾਂ ਤੱਕ ਪਹੁੰਚੇ ਨਹੀਂ। ਬੜੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਜਿਨ੍ਹਾਂ ਨੂੰ ਕਲੀਅਰ ਕਰਨਾ ਹੈ, ਬਿਲਕੁਲ ਸਾਫ਼ ਕਰਨਾ ਤੁਸੀਂ ਵੀ ਇਹ ਬਿਲਕੁਲ ਠੀਕ ਲਿਖਿਆ ਹੋਇਆ ਹੈ,
जे तुसी सीधा पढ़ते हो तो कई बारी बंदा चुप करके उथों लंघ जाता है, वो कहता गल किवें लिखी गई। जिवें पट्टां दे सवैयां विच आपां चले जाइए, उत्थे कहंदे आपे चंद सूर प्रगाशा, चंद्रमा दे विच तेरा प्रकाश, सूरज विच तेरा प्रकाश। जे उन्होंने क्लीयर करना है तो जाप साहब पढ़ना पेगा, नमो सूरज सूरजे, नमो चंद्र चंद्रे। ये सहायक ग्रंथ बनाए ने महाराज नूं, सारा पता सी, बड़े सियाणे ने भी गुरु ग्रंथ साहब के कुछ विषय ऐसे ने जिन्होंने भाई गुरदास दियां वारां दे विचों समझा जाएगा, जिन्होंने दसम ग्रंथ साहब विचों समझा जाएगा। मैं एक शब्द इस विषय नूं साबित करन लई कि सारियां दे विच तू है, उन्हां दे कर्म जिहड़े ने वो वखरे ने। भगत जी ने एक बचन किया है, भगत नामदेव जी कहते भी सारी दुनिया इशनान कराउण वास्ते पानी भरन वास्ते जा रही सी समुंदर विचों, दरिया दे विचों। घड़ा लैके लोग जांदे सी, पानी भर के लियाउंदे सी ते लिया के मूर्ति दा इशनान करा देना। कहंदे मैं सोचिया, उन्हां दे ख्याल दिता है, मैं सोचिया भी सारे काम कर रहे ने, कोई चंगा ही काम होवेगा। कहंदे ने ठाकुर दा इशनान कराउणा। कहंदे मैं भी घड़ा चुक्या, दरिया ते पहुंच गया। कादे वास्ते भी उथों पानी भर के लिया के ते रब दा इशनान करावांगा, ठाकुर दा इशनान करावांगा। महाराष्ट्र दे विच ठाकुर बीठल नूं कहंदे, बीठल। कहंदे जदों मैं गया ते घड़ा लैके किनारे ते जिवें आपां भांडा भरने आ दरिया विचों, नहर विचों। कहंदे जदों मैं बह के घड़ा पानी दा भरन लगा ना, ते उत्थे मच्छियां तर रहीआं सन। कई मच्छियां घुम रहीआं, जिवें आपां सरोवर दे विच जाने आ, उत्थे अगे मच्छियां हुंदियां ने। ਉਹ ਕਹਿੰਦੇ ਜਦੋਂ ਮੈਂ ਮੱਛੀਆਂ ਵੇਖੀਆਂ ਤੇ ਮੈਂ ਉੱਥੇ ਘੜਾ ਲੈ ਕੇ ਬਹਿ ਗਿਆ। ਹੁਣ ਮੈਂ ਸੋਚਿਆ ਵੀ ਪਾਣੀ ਭਰਾਂ ਕਿ ਨਾ ਭਰਾਂ, ਕਿਉਂ? ਕਹਿੰਦੇ ਜਿਹਦੇ ਵਾਸਤੇ ਪਾਣੀ ਭਰ ਕੇ ਨਾਮਦੇਵ ਤੂੰ ਲੈ ਕੇ ਜਾਣਾ, ਉਹਨੂੰ ਉੱਥੇ ਇਸ਼ਨਾਨ ਕਰਾਣਾ ਹੈ, ਉਹ ਤੇ ਮੱਛੀਆਂ ਦੇ ਰੂਪ ਵਿੱਚ ਪਹਿਲਾਂ ਹੀ ਇਸ਼ਨਾਨ ਕਰ ਰਿਹਾ ਪਾਣੀ ਦੇ ਵਿੱਚ। ਮੱਛੀ ਵਿੱਚੋਂ ਵੇਖ ਲਿਆ, ਮੱਛੀ ਦੇ ਵਿੱਚੋਂ ਵੇਖਿਆ, ਮੱਛੀ ਨੂੰ ਰੱਬ ਨਹੀਂ ਕਿਹਾ। ਇਹ ਸਮਝ ਲੈਣਾ ਬੜਾ ਜ਼ਰੂਰੀ ਹੈ। इस बाणी के अर्थ कई थावां ते इस तरह किए गए ने कि देवता भी तू है, देवी भी तू है, आ भी तू है। ये महाराज नहीं कह रहे। महाराज कहते उन्हां दे विच तू वरत रहा, उन्हां दे अंदर वरत रहा। उन्हां दे कर्मां नाल गुरु साहब का कोई संबंध नहीं, ना उन्हां नूं सपोर्ट करते हैं महाराज, ना उन्हां दी पूजा की गल करते हैं। इत्थे भगत नामदेव जी ने कहा मच्छियां दे विच तू पहले ही इशनान कर रहा है। कहते मैं घड़ा उत्थे रखिया ते सारा दिन भगत जी उत्थे चौंकड़ा ला के बैठे रहे ते दरिया विच फिर रही मच्छियां जीवां वल वेख वेख के मगन हो गया भी परमात्मा ते पहले ही इन्हां विच बह के इशनान करी जांदा। हुण उन्हां ने ते विचों वेख लिया मच्छी दे, आपां की करांगे? बाद विच कोई बंदा आया, उन्हें ये अर्थ पढ़ लै, ये शब्द पढ़ लिया गुरु ग्रंथ साहिब दे विचों कि आनी ले कुंभ भराई ले ओदक, ठाकुर को इशनान करो। आनी ले कुंभ, कुंभ मैंने घड़ा, मैं घड़ा लियांदा। भराई ले ओदक, पानी भरन लगा सी, कादे वास्ते? ठाकुर को इशनान करो, बे ठाकुर दा इशनान करावांगा। 42 लाख जी जल में होते, पर उथे 42 लाख जीव जेड़े मच्छियां आदिक पहले ही फिर रहे सन। बीठल भैला, भैला दा मतलब उन्हां दे विच पहले ही बैठा होया सी। बीठल भैला काए करूं, हुण मैं की करा? इत्थों पानी भर के लिजावां कि ना लिजावां? क्योंकि मेरा ठाकर ते पहले ही इन्हां जीवां दे विच बह के इशनान करी जा रहा है। हुण भगत जी ने ते मच्छी दे विचों परमात्मा वेखिया। एक बंदा बाद विच आया, उन्हें उहदे गलत अर्थ कढ लए। उन्हें की कीता भी भगत नामदेव जी ने मच्छी की पूजा की सी, उहदे विचों रब लभ लिया सी। उन्हें की कीता, पत्थर की मच्छी बना ली। पत्थर की मच्छी बना के अगे फुल खिलार दिते, उन्होंने इशनान कराउण लग पिया, उहदी पूजा कराउण लग पिया, उहदे ते कपड़े पा के बह गया। वो बंदा गलत रस्ते चला गया, गलत पासे चला गया। नामदेव ने मच्छी दे विचों रब वेखिया सी, नामदेव ने मच्छी नूं रब नहीं सी किया। यह भुलेखा जरूर सानू पै सकता है। गुरु साहब ने जिथे देवियां देवतियां विच, भूतां प्रेतां विच, गण गंधर्व दे विच कहा है भी ये भी तू है,
ਉਹਦਾ ਮਤਲਬ ਇਹ ਨਹੀਂ ਵੀ ਇਹ ਦੇਵਤਾ ਪ੍ਰਮਾਤਮਾ ਹੈ, ਉਹਦੇ ਵਿੱਚ ਜਿਹੜੀ ਜੋਤ ਵਰਤ ਰਹੀ ਹੈ ਉਹਨੂੰ ਪ੍ਰਮਾਤਮਾ ਕਹਿ ਰਹੇ ਨੇ ਗੁਰੂ ਸਾਹਿਬ। ਇਦੋਂ ਅਗਲਾ ਬਚਨ ਪੜ੍ਹਦੇ ਆ, ਆਨਿ ਲੈ ਕੁੰਭ ਭਰਾਈ ਲੈ ਉਦਕ ਠਾकुर को इशनान करो, 42 ਲੱਖ ਜੀ ਜਲ ਮੈਂ ਹੋਤੇ ਬੀਠਲ ਪਹਿਲਾ ਕਾਏ ਕਰੋ। ਆਨਿ ਲੈ ਫੂਲ ਪਰੋਈ ਲੈ ਮਾਲਾ, ਕਹਿੰਦੇ ਫੁੱਲ ਲੈਣ ਗਿਆ, ਮਾਲਾ ਬਣਾ ਕੇ ਠਾकुर ਨੂੰ ਪਾਵਾਂਗਾ। ਆਨਿ ਲੈ ਫੂਲ ਪਰੋਈ ਲੈ ਮਾਲਾ ਠਾकुर ਕੀ ਹੋ ਪੂਜ ਕਰੋ, ਪਹਿਲੇ ਬਾਸ ਲਈ ਹੈ ਭਵਰੇ। ਉਸ ਫੁੱਲ ਦੇ ਉੱਤੇ ਭਵਰਾ ਬੈਠਾ ਹੋਇਆ ਸੀ ਤੇ ਮੈਂ ਵੇਖਿਆ, ਹੈ ਵੈਗੁਰੂ ਭੌਰੇ ਵਿੱਚ ਤੂੰ ਬਹਿ ਕੇ ਪਹਿਲੇ ਇਹਨੂੰ ਸੁੰਘਣਾ ਤੇ ਮੈਂ ਹੋਰ ਕਿਹਨੂੰ ਲਿਜਾ ਕੇ ਦਿਆਂ। ਉਹਦੇ ਵਿੱਚੋਂ ਜੋਤ ਪ੍ਰਗਟ ਹੋ ਗਈ, ਭੌਰੇ ਵਿੱਚੋਂ ਵੀ ਰੱਬ ਨੂੰ ਵੇਖ ਲਿਆ। ਪਹਿਲੇ ਬਾਸ ਲਈ ਹੈ ਭਵਰੇ ਬੀਠਲ ਪਹਿਲਾ, ਉੱਥੇ ਪਰਮੇਸ਼ਰ ਵਸਿਆ ਹੋਇਆ ਹੈ। ਕਾਏ ਕਰੋ, ਹੁਣ ਮੈਂ ਕਿਹਦੇ ਵਾਸਤੇ ਫੁੱਲ ਲਿਜਾਵਾਂ। ਜਤਰ ਜਾਉ ਤਤ ਬੀਠਲ ਪਹਿਲਾ, ਉਹ ਕਹਿੰਦੇ ਨੇ ਮੈਂ ਜਿੱਥੇ ਵੀ ਜਾਣਾ ਉੱਥੇ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਨੇ। ਮਹਾ ਆਨੰਦ ਕਰੇ ਸਦਕੇਲਾ, ਉਹ ਸਾਰਿਆਂ ਥਾਵਾਂ ਤੇ ਖੇਡਾਂ ਖੇਡ ਰਿਹਾ ਹੈ। ਇਸ ਤੋਂ ਅੱਗੇ ਬਚਨ ਕੀਤਾ, ਆਨਿ ਲੈ ਦੂਧ ਰਿਧਾਈ ਲੈ ਖੀਰੰ, ਮੈਂ ਦੁੱਧ ਲੈਣ ਗਿਆ, ਗਾਂ ਚੋਣ ਗਿਆ, ਵੀ ਦੁੱਧ ਲਿਆ ਕੇ ਖੀਰ ਬਣਾ ਕੇ ਠਾकुर ਦਾ ਭੋਗ ਲਵਾਵਾਂਗਾ। ਆਨਿ ਲੈ ਦੂਧ ਰਿਧਾਈ ਲੈ ਖੀਰੰ, ਠਾकुर ਕੀ ਹੋ ਪੂਜ ਕਰੋ, ਠਾकुर ਕੋ ਨੈਵੇਦ ਕਰੋ, ਪਹਿਲੇ ਬਛਰੇ ਦੂਧ ਬਿਟਾਰਿਓ। ਆ ਵੱਛੇ ਦੇ ਰੂਪ ਵਿੱਚ ਪਰਮੇਸ਼ਰ ਨੇ ਤੇ ਪਹਿਲੇ ਦੁੱਧ ਪੀ ਲਿਆ। ਪਹਿਲਾ ਦੂਧ ਬਿਟਾਰਿਓ ਬਛਰੇ ਬੀਠਲ ਪਹਿਲਾ, ਕੀ ਤੂੰ ਇਸ ਵੱਛੇ ਵਿੱਚ ਨਹੀਂ ਵਸਦਾ? ਇਹਦੇ ਵਿੱਚ ਤੂੰ ਪਹਿਲੇ ਦੁੱਧ ਪੀ ਲਿਆ। ਇੱਥੇ ਭਗਤ ਜੀ ਇੱਕ ਬੜੀ ਸੋਹਣੀ ਸਿੱਖਿਆ ਦੇ ਰਹੇ ਨੇ। ਉਹ ਕਹਿੰਦੇ ਦੁੱਧ ਲਿਜਾ ਕੇ ਤਾਂ ਤੂੰ ਠਾकुर ਨੂੰ ਚੜਾਈ ਜਾਣਾ ਹੈ, ਤੇ ਜਿਹੜਾ ਹੱਕ ਸੀ ਬੱਚੇ ਦਾ ਉਹ ਤੂੰ ਖਾ ਗਿਆ। ਉਹ ਬੱਚਾ ਹੈ ਨਾ ਉਹਦਾ, ਗਾਂ ਦਾ। ਆ ਪਸ਼ੂਆਂ ਦੇ ਬੱਚਿਆਂ ਨਾਲ ਕੀ ਹੁੰਦਾ ਹੈ? ਜਿਹੜਾ ਗਾਂ ਦਾ ਮੱਝ ਦਾ ਦੁੱਧ ਹੈ ਉਹਦਾ ਪਹਿਲਾ ਹੱਕ ਤੇ ਉਹਦੇ ਬੱਚੇ ਤੇ ਹੀ ਹੈ ਨਾ। ਰੱਬ ਨੇ ਤੇ ਉਹਦੇ ਵਾਸਤੇ ਬਣਾਇਆ ਸੀ। ਬੰਦਾ ਕੀ ਕਰਦਾ ਹੈ? ਉਹ ਥੋੜਾ ਜਿਹਾ ਮੂੰਹ ਲਵਾਉਂਦਾ ਤੇ ਜਦੋਂ ਦੁੱਧ ਆ ਗਿਆ ਥਣਾ ਵਿੱਚ ਤੇ ਮਾਰੀ ਉਹਦੇ ਮੂੰਹ ਤੇ ਸੋਟੀ ਦੇ ਪਾਸੇ ਕਰ ਦਿੱਤਾ, ਉਹਦਾ ਹੱਕ ਖਾ ਗਿਆ। ਪਹਿਲੇ ਬਛਰੇ ਦੂਧ ਬਿਟਾਰਿਓ ਬੀਠਲ ਪਹਿਲਾ ਕਾਏ ਕਰੋ, ਤੇ ਅਖੀਰ ਤੇ ਫੈਸਲਾ ਕਰ ਦਿੱਤਾ ਹੈ। ਭਗਤ ਜੀ ਕਹਿੰਦੇ ਨੇ ਕਿ ਈਬੈ ਬੀਠਲ ਉਬੈ ਬੀਠਲ, ਇੱਥੇ ਵੀ ਪਰਮਾਤਮਾ ਤੇ ਉੱਥੇ ਵੀ ਪਰਮਾਤਮਾ, ਕੋਈ ਥਾਂ ਉਹਦੇ ਤੋਂ ਖਾਲੀ ਹੈ ਹੀ ਨਹੀਂ। ਈਬੈ ਇੱਥੇ, ਉਬੈ ਉਸ ਥਾਂ ਤੇ। ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਇਹ ਸੰਸਾਰ ਪਰਮਾਤਮਾ ਤੋਂ ਬਿਨਾ ਚੱਲ ਹੀ ਨਹੀਂ ਸਕਦਾ। ਤੇ ਆ ਦੋ ਲਫ਼ਜ਼ ਅਰਥ ਕਰਦੇ ਨੇ, ਥਾਨ ਥਨੰਤਰ ਨਾਮਾ ਪ੍ਰਣਵੈ। ਇੱਕ ਸ਼ਬਦ ਹੈ ਥਾਨ, ਇੱਕ ਥਨੰਤਰ। ਇੱਥੇ ਇਹ ਨਹੀਂ ਕਹਿ ਰਿਹਾ ਵੀ ਥਾਂ ਦੇ ਵਿੱਚ ਤੂੰ ਹੈ, ਇੱਥੇ ਕਹਿ ਰਹੇ ਨੇ ਥਾਨ ਜਮਾ ਅੰਤਰ, ਥਾਂ ਦੇ ਵਿੱਚ ਤੂੰ ਹੈ। ਇੱਥੇ ਇਹ ਨਹੀਂ ਕਹਿੰਦੇ ਵੀ ਆ ਸਰੀਰ ਤੇਰਾ ਹੈ, ਇੱਥੇ ਕਹਿ ਰਹੇ ਨੇ ਸਰੀਰ ਦੇ ਵਿੱਚ ਤੂੰ ਹੈ। ਸਰੀਰ ਤੇ ਨਾਸ਼ਮਾਨ ਹੈ ਸਾਰਿਆਂ ਦਾ। ਸਰੀਰ ਪਰਮਾਤਮਾ ਨਹੀਂ ਹੈ, ਦੇਵਤਾ ਪਰਮਾਤਮਾ ਨਹੀਂ ਹੈ, ਚੰਦਰਮਾ ਪਰਮਾਤਮਾ ਨਹੀਂ ਹੈ, ਸੂਰਜ ਪਰਮਾਤਮਾ ਨਹੀਂ ਹੈ। ਉਹਨਾਂ ਦੇ ਵਿੱਚ ਜਿਹੜੀ ਲੋ ਹੈ, ਜਿਹੜੀ ਜਿੰਦ ਹੈ, ਮਹਾਰਾਜ ਉਹਨੂੰ ਨਮਸਕਾਰ ਕਰਦੇ ਨੇ, ਉਹਨੂੰ ਕਹਿੰਦੇ ਵੀ ਆ ਤੂੰ ਹੈ। ਹੁਣ ਮੇਰੇ ਖਿਆਲ ਵਿੱਚ ਵੀ ਸਾਰੀ ਚੀਜ਼ ਕਲੀਅਰ ਹੋ ਗਈ ਇਸ ਸ਼ਬਦ ਦੇ ਵਿੱਚ। ਥਾਨ ਥਨੰਤਰ ਨਾਮਾ ਪ੍ਰਣਮੈ ਪੂਰ ਰਹਿ ਤੂੰ ਸਰਬ ਮਹੀ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਕਹਿੰਦੇ, ਕਤਹੁ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ। ਕਿਸੇ ਥਾਂ ਤੇ ਤੂੰ ਬੜਾ ਚਲਾਕ ਸਿਆਣਾ ਆਪਣੀ ਚੇਤਨਾ ਦਾ ਵਿਸਤਾਰ ਕੀਤਾ ਹੈ। ਕਤਹੁ ਅਚਿੰਤ ਹੋਏ ਕੈ ਸੁਵਤ ਅਚੇਤ ਹੋ। ਕਿਤੇ ਤੂੰ ਬੇਚਿੰਤ ਹੋ ਕੇ ਸੁੱਤਾ ਪਿਆ, ਤੂੰ ਕਿਸੇ ਦੀ ਗੱਲ ਹੀ ਨਹੀਂ ਸੁਣਦਾ, ਕਿਸੇ ਦੀ ਗੱਲ ਸਮਝਦੇ ਨਹੀਂ ਬਿਲਕੁਲ। ਕਤਹੁ ਭਿਖਾਰੀ ਹੋਏ ਕੈ ਮੰਗਤ ਫਿਰਤ ਭੀਖ। ਕਿਤੇ ਤੂੰ ਮੈਲੇ ਕੱਪੜੇ ਪਾ ਕੇ ਤੇ ਹੱਥ ਵਿੱਚ ਲੋਟਾ ਫੜ ਕੇ ਤੇ ਭੀਖ ਮੰਗਦਾ ਫਿਰਨਾ ਦਰ ਦਰ ਦੇ ਵਿੱਚ। ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਵਿੱਚੋਂ ਵੀ ਪਰਮਾਤਮਾ ਦੀ ਜੋਤ ਵੇਖ ਲੈਂਦੇ ਨੇ। ਭਿਖਾਰੀ ਦੇ ਵਿੱਚੋਂ ਵੀ ਉਹਦੇ ਦਰਸ਼ਨ ਕਰ ਰਹੇ ਨੇ। ਪਰ ਦੂਜੇ ਪਾਸੇ ਕਹਿੰਦੇ, ਕਤਹੁ ਮਹਾਦਾਨ ਹੋਏ ਕੈ ਮੰਗਿਓ ਧਨ ਦੇਤ ਹੋ। ਭੀਖ ਮੰਗਣ ਵਾਲਾ ਵੀ ਤੂੰ ਹੀ ਹੈ, ਤੇ ਜਿਹੜਾ ਘਰੋਂ ਆਟਾ ਲੈ ਕੇ ਆਇਆ ਭਿਖਾਰੀ ਨੂੰ ਦੇਣ ਵਾਸਤੇ, ਉਹ ਆਟਾ ਦੇਣ ਵਾਲਾ, ਉਹ ਪੈਸੇ ਦੇਣ ਵਾਲਾ ਵੀ ਤੂੰ ਹੀ ਹੈ।
ਉਹਦੇ ਵਿੱਚੋਂ ਵੀ ਤੇਰੇ ਦਰਸ਼ਨ ਹੋ ਰਹੇ ਨੇ। ਸਾਧ ਸੰਗਤ ਜੀ, ਜਦੋਂ ਅੰਦਰੋਂ ਦਰਸ਼ਨ ਹੋ ਗਏ ਨਾ, ਫਿਰ ਤੇ ਸਾਰਿਆਂ ਵਿੱਚੋਂ ਦਰਸ਼ਨ ਹੋਣਗੇ, ਤੇ ਜੇ ਅੰਦਰੋਂ ਨਹੀਂ ਹੋਏ ਤੇ ਫਿਰ ਬਾਹਰੋਂ ਕਿੱਥੋਂ ਹੋਣੇ ਨੇ। ਪਰ ਇੱਥੇ ਮਹਾਰਾਜ ਬਾਹਰ ਦੀ ਵੀ ਗੱਲ ਕਰ ਰਹੇ ਨੇ। ਕਹੂੰ ਮਹਾਦਾਨ ਹੋਏ ਕੈ, ਕਿਤੇ ਵੱਡਾ ਦਾਨੀ ਹੋ ਕੇ ਮੰਗਿਓ ਧਨ ਦੇ ਤੋ, ਜੋ ਮੰਗਦਾ ਕੋਈ ਉਹਨੂੰ ਦਾਨ ਦੇਈ ਜਾਂਦਾ, ਉੱਥੇ ਵੀ ਤੇਰਾ ਹੀ ਨਿਵਾਸ ਹੈ। ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਿਸੇ ਥਾਂ ਤੇ ਤੂੰ ਬੜਾ ਵੱਡਾ, ਵੱਡੇ ਵੱਡੇ ਰਾਜਿਆਂ ਨੂੰ ਬੜਾ ਹੀ ਦਾਨ ਦੇਣਾ ਹੈ, ਉਹਨਾਂ ਨੂੰ ਰਾਜ ਦੇ ਦੇਣਾ, ਉਹਨਾਂ ਨੂੰ ਰਾਜ ਗੱਦੀਆਂ ਬਖਸ਼ ਦਿੰਦਾ ਹੈ। ਕਹੂੰ ਮਹਾਰਾਜਨ ਤੇ ਛੀਨ ਛਿਤ ਲੇਤ ਹੋ, ਕਿਸੇ ਥਾਂ ਤੇ ਤੂੰ ਵੱਡੇ ਵੱਡੇ ਰਾਜਿਆਂ ਨੂੰ ਭੀਖ ਮੰਗਣ ਤੇ ਮਜਬੂਰ ਕਰ ਦੇਣਾ ਹੈ। ਜਿਹੜੇ ਕੱਲ ਸਿੰਘਾਸਨ ਤੇ ਬੈਠੇ ਸਨ, ਅੱਜ ਉਹਨੂੰ ਬੇੜੀਆਂ ਵਿੱਚ ਜਕੜ ਦੇਣਾ ਹੈ। ਇਹ ਵੀ ਤੇਰੀ ਸ਼ਕਤੀ ਹੈ। ਕਿਤੇ ਜਿਹੜੇ ਕੱਲ ਲੋਕਾਂ ਨੂੰ ਦਿੰਦੇ ਸਨ, ਹੰਕਾਰ ਵਿੱਚ ਫੁੱਲੇ ਨਹੀਂ ਸਨ ਸਮਾਂਦੇ, ਨਦਰ ਅਪੁੱਠੀ ਜੇ ਕਰੇ ਸੁਲਤਾਨਾ, ਘਾਓ ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ, ਤੂੰ ਪਲਾਂ ਦੇ ਵਿੱਚ ਭਿਖਾਰੀ ਬਣਾ ਕੇ ਰੱਖ ਦੇਣਾ। ਤੇਰੇ ਕਿੰਨੇ ਰੂਪ ਨੇ, ਪਰ ਉਹ ਜਿਹੜਾ ਤਖਤ ਤੇ ਬੈਠਾ ਸੀ ਉਹ ਵੀ ਤੂੰ ਸੈਂ, ਤੇ ਜਿਹੜਾ ਤਖਤ ਤੋਂ ਲੈ ਗਿਆ ਉਹ ਵੀ ਤੂੰ ਹੀ ਹੈ। ਦੋਵਾਂ ਵਿੱਚ ਤੇਰਾ ਹੀ ਨਿਵਾਸ ਹੈ। ਕਹਿੰਦੇ ਕਹੂੰ ਬੇਦਰੀਤ, ਕਹੂੰ ਤਾਂ ਸਿਉ ਵਿਪਰੀਤ, ਕਿਤੇ ਤੂੰ ਵੇਦ ਪੜ੍ਹਨਾ ਹੈ ਤੇ ਵੇਦਾਂ ਦੀਆਂ ਰੀਤਾਂ ਦੇ ਮੁਤਾਬਕ ਸਭ ਕੁਝ ਕਰਨਾ ਹੈ। ਕਹੂੰ ਵੇਦ ਰੀਤ, ਕਿਤੇ ਤੂੰ ਵੇਦਾਂ ਨੂੰ ਮੰਨੀ ਜਾਂਦਾ ਹੈ। ਕਹੂੰ ਤਾਂ ਸਿਉ ਵਿਪਰੀਤ, ਵਿਪਰੀਤ ਮੈਨੇ ਉਲਟ ਪੁੱਠਾ ਨਾ ਮੰਨਣ ਵਾਲਾ, ਕਿਤੇ ਤੂੰ ਵੇਦਾਂ ਦਾ ਵਿਰੋਧ ਕਰੀ ਜਾਂਦਾ ਹੈ। ਹੁਣ ਦੋਵਾਂ ਵਿੱਚੋਂ ਇੱਕ ਦੇ ਦਰਸ਼ਨ, ਮੰਨਣ ਵਾਲਿਆਂ ਦੇ ਵਿੱਚੋਂ ਵੀ, ਵਿਰੋਧੀਆਂ ਦੇ ਵਿੱਚੋਂ ਵੀ। ਕਹੂੰ ਤ੍ਰਿਗੁਣ ਅਤੀਤ, ਕਿਤੇ ਤੂੰ ਤਿੰਨ ਸੁਭਾਵਾਂ ਤੋਂ ਅੱਗੇ ਚਲਾ ਗਿਆ, ਚੌਥੇ ਸੁਭਾਅ ਵਿੱਚ ਚਲਾ ਗਿਆ, ਰਜੋ ਤਮੋ ਸਤੋ ਨੂੰ ਛੱਡ ਕੇ ਮੁਕਤ ਹੋ ਗਿਆ ਕਿਸੇ ਥਾਂ ਤੇ ਤੂੰ, ਉਹ ਵੀ ਤੂੰ ਹੀ ਹੈ। ਕਹੂੰ ਤ੍ਰਿਗੁਣ ਅਤੀਤ, ਕਹੂੰ ਸੁਰ ਗੁਣ ਸਮੇਤ ਹੋ, ਤੇ ਕਿਤੇ ਤੂੰ ਸਾਰੇ ਗੁਣਾਂ ਦੇ ਸਮੇਤ, ਤਿੰਨ ਗੁਣ ਵੀ ਤੇਰੇ ਵਿੱਚ ਨੇ ਤੇ ਚੌਥਾ ਵੀ ਇਕੱਠਾ ਰੱਖਣਾ, ਇਹ ਵੀ ਤੇਰਾ ਹੀ ਰੂਪ ਹੈ। ਫਿਰ ਕਹਿੰਦੇ ਕਹੂੰ ਜਛ ਗੰਧਰਵ ਉਰਗ, ਕਹੂੰ ਵਿਦਿਆ ਧਰ, ਕਿਤੇ ਤੂੰ ਜੱਛਾਂ ਦਾ ਰੂਪ ਧਾਰਿਆ ਹੈ, ਕਿਤੇ ਤੂੰ ਗੰਧਰਵ ਰਾਗੀਆਂ ਦੇ ਜਿਹੜੇ ਦੇਵਤਿਆਂ ਦੇ ਰਾਗੀ ਨੇ ਗਾਉਣ ਵਾਲੇ, ਤੂੰ ਕਿਤੇ ਉਹ ਬਣਿਆ ਬੈਠਾ। ਉਰਗ, ਉਰਗ ਮੈਨੇ ਸੱਪ, ਕਿਤੇ ਤੂੰ ਵੱਡੇ ਵੱਡੇ ਸੱਪਾਂ ਦਾ ਰੂਪ ਧਾਰਿਆ ਹੋਇਆ। ਹੁਣ ਕਿਹੜੀ ਥਾਂ ਬਚੇਗੀ? ਸੱਪਾਂ ਦੀ ਪੂਜਾ ਦਾ ਵਿਰੋਧ ਹੈ ਗੁਰਮਤ ਦੇ ਵਿੱਚ, ਪਰ ਦਿਵ ਦ੍ਰਿਸ਼ਟੀ ਵਿੱਚ ਜਾ ਕੇ ਉਹਦੇ ਵਿੱਚੋਂ ਵੀ ਪਰਮੇਸ਼ਰ ਦੇ ਦਰਸ਼ਨ ਕਰ ਰਹੇ ਨੇ। ਕਹੂੰ ਵਿਦਿਆ ਧਰ, ਕਿਤੇ ਤੂੰ ਵਿਦਿਆ ਨੂੰ ਧਾਰਨ ਕੀਤਾ ਹੋਇਆ, ਤੂੰ ਬਹੁਤ ਵੱਡਾ ਵਿਦਵਾਨ ਹੈ ਤੇ ਤੂੰ ਦੇਵਤਾ ਹੈ। ਇੱਥੇ ਦੇਵਤਿਆਂ ਦੀ ਇੱਕ ਕਿਸਮ ਕਹੀ ਹੈ ਜਿਨ੍ਹਾਂ ਦੇ ਕੋਲ ਵਿਦਿਆ ਬੜੀ ਹੁੰਦੀ ਹੈ। ਕਿਤੇ ਤੂੰ ਦੇਵਤਿਆਂ ਦਾ ਰੂਪ ਧਾਰਨ ਕਰਕੇ ਉਹਨਾਂ ਦੇ ਵਿੱਚੋਂ ਵੀ ਤੇਰੇ ਦਰਸ਼ਨ ਹੋ ਰਹੇ ਨੇ। ਕਹੂੰ ਭੈ ਕਿੰਨਰ ਪਿਸਾਚ, ਕਹੂੰ ਪ੍ਰੇਤ ਹੋ, ਬੜੀ ਹੈਰਾਨ ਕਰ ਦੇਣ ਵਾਲੀ ਪੰਕਤੀ ਹੈ। ਕਿਤੇ ਤੂੰ ਕਿੰਨਰ ਹੈ, ਕੁਬੇਰ ਦੇ ਦਰਬਾਰ ਦਾ ਰਾਗੀ, ਉਹ ਵੀ ਤੂੰ ਹੀ ਹੈ। ਪਿਸਾਚ ਕਹੂੰ ਪ੍ਰੇਤ ਹੋ, ਆ ਜਿਹੜੇ ਸਰੀਰ ਜਿਨ੍ਹਾਂ ਦਾ ਪਿਛਲਾ ਸਰੀਰ ਛੁੱਟ ਗਿਆ ਤੇ ਅੱਗੋਂ ਨਵਾਂ ਸਰੀਰ ਨਹੀਂ ਮਿਲਿਆ, ਉਹਨਾਂ ਨੂੰ ਪਿਸਾਚ ਤੇ ਪ੍ਰੇਤ, ਭੂਤ ਪ੍ਰੇਤ ਕਹਿੰਦੇ ਨੇ। ਕਿਤੇ ਤੂੰ ਉਹਨਾਂ ਦਾ ਰੂਪ ਧਾਰਨ ਕਰ ਗਿਆ, ਹਾਲਾਂਕਿ ਉਹ ਬੜੀ ਦੁਖਦਾਈ ਜੂਨ ਹੈ, ਉਹਦੇ ਵਿੱਚ ਦੁੱਖ ਤੋਂ ਬਿਨਾਂ ਹੋਰ ਕੁਝ ਵੀ ਨਹੀਂ। ਕਲਗੀਧਰ ਪਾਤਸ਼ਾਹ ਦੀ ਦ੍ਰਿਸ਼ਟੀ ਉਹਨਾਂ ਵਿੱਚੋਂ ਵੀ ਰੱਬ ਨੂੰ ਵੇਖ ਲੈਂਦੀ ਹੈ। ਹੁਣ ਕੋਈ ਥਾਂ ਬਚੀ ਨਹੀਂ ਜਿੱਥੋਂ ਉਹਦੇ ਦਰਸ਼ਨ ਨਹੀਂ ਹੁੰਦੇ। ਵਿਰੋਧ ਕਿਹਦਾ ਹੋਵੇਗਾ? ਵਿਰੋਧ ਕਰਨ ਵਾਲੀ ਥਾਂ ਹੀ ਕੋਈ ਨਹੀਂ ਰਹੀ। ਪ੍ਰੇਤਾਂ ਵਿੱਚ, ਪਿਸਾਚਾਂ ਵਿੱਚ, ਭੂਤਾਂ ਵਿੱਚ, ਗਾਉਣ ਵਾਲਿਆਂ ਵਿੱਚ, ਦੇਵਤਿਆਂ ਵਿੱਚ, ਸਾਰਿਆਂ ਦੇ ਵਿੱਚ ਇੱਕੋ ਦੀ ਜੋਤ। ਹੁਣ ਤਾਂ ਕੋਈ ਪਲ ਐਸਾ ਨਹੀਂ ਕਿ ਜਦੋਂ ਧਿਆਨ ਵਾਹਿਗੁਰੂ ਤੋਂ ਦੂਰ ਜਾਏ। ਲਗਾਤਾਰ ਇੱਕ ਲਿਵ ਬਣ ਗਈ, ਇੱਕ ਅੰਦਰ ਸੁਰਤ ਜੁੜ ਗਈ। ਫਿਰ ਕਹਿੰਦੇ ਕਹੂੰ ਹੋਏ ਕੈ ਹਿੰਦੂਆ, ਗਾਇਤਰੀ ਕੋ ਗੁਪਤ ਜਪਿਓ, ਕਿਤੇ ਤੂੰ ਹਿੰਦੂ ਪੰਡਤ ਬਣ ਕੇ ਗਾਇਤਰੀ, ਤਿੰਨਾਂ ਲਾਈਨਾਂ ਵਾਲਾ ਹਿੰਦੂਆਂ ਦਾ ਮੰਤਰ, ਤ੍ਰੈਪਾਲ ਤਿਹਾਲ ਵਿਚਾਰੰ,
गायत्री हिंदुआं दा एक मंत्र है, जिवें अपना मंत्र है ना, मूल मंत्र, गुर मंत्र, जपजी साहब, इस तरह हिंदू मत दा एक मंत्र है। कहंदे किते तू हिंदू बन के गायत्री मंत्र नूं गुप्त मूँह विच जपी जाना है। हुण इत्थे एक मैं क्लीयर करनी चाहुंदा गल, इत्थे ये नहीं कह रहे भी सिखां नूं गायत्री पढ़नी चाहिए, असीं इत्थे गलत चले गए। भी वेखो जी, गुरु साहब ने तो गायत्री लिखी हुई है काल उस्तत दे विच, वो तो कह रहे ने उत्थे तेरा निवास है, वो मर्यादा दे पक्ष विच नहीं है। उत्थे कहणगे नहीं, उत्थे भाई गुरदास जी नूं पुछना पएगा। वो कहंदे ने त्रिग जिहवा गुर मंत्र बिन होर मंत्र सिमरनी। वो जबान तिरकार है जिहड़ी गुरु के शब्द तो बिना होर मंत्र सिमरदी फिरदी है। उत्थे रोकिया है, इसलिए इस बाणी नूं समझना ते अप डाउन होना पएगा, कदी किसी अवस्था में जाना पएगा, कदी किसी विच, क्योंकि ये चीज़ां मैं नालों नाल कहना चाहुंदा जिहड़ियां भुलेखा पाउंदियां ने वो कढणियां आपां भी ये सिर्फ उस दृष्टि का जिक्र है जिहदे विच सब थावां ते एक नज़र आ रहा है। ते इहदा मतलब ये भी नहीं कि गुरु साहब कहंदे ने भूता प्रेतां नूं मन्नी जाओ, तुसीं मड़ियां मसाणां नूं मन्नी जाओ ते तुसीं गायत्री पढ़ी जाओ, नहीं। ठीक है, उन्होंने मुबारक है। एक हिंदू गायत्री पढ़े, उसकी पहचान ही इत्थों होंदी भी हिंदू है। हुण कहण नूं ते सारे कहंदे मैं हिंदू हाँ, पुछो भी गायत्री आउंदी है? नहीं जी, गायत्री तो पंडित जी पढ़ते हैं। सिख नूं पुछो जी मैं भी सिख हाँ, जपजी साहब आउंदा है? नहीं, वो तो ग्रंथी सिंह पढ़ते हैं, फिर नहीं है। ये मंत्र उन्हां दा है, ये सिखां दा मंत्र नहीं है। किते तू हिंदुआं दे रूप दे विच चुप करके गायत्री नूं पढ़ रहे हैं। फिर कहंदे कहूं होए कै तुरका पुकारे बांग देत हो। किते तां चुप करके तू पढ़ी जाना गायत्री नूं, ते किते मनारे दे उत्ते चढ़ के उच्ची आवाज विच तुरक बन के मुल्लां दे रूप दे विच तू उच्ची उच्ची बांग दे रहा है। मसीतां ते खलो के उन्हां दे विचों भी कलगीधर पातशाह वाहिगुरू दे दर्शन कर रहे हैं, क्योंकि सबै घट राम बोलै, रामा बोलै, राम बिना को बोलै रे। कतहूं होए कै तुरका पुकारे बांग देत हो। फिर कहंदे कहूं कोक काब, कहूं कोक काब होए पुराण को पढ़त मत। एक कोक नां दा पंडित होया, बड़ा विद्वान सी। उस पंडित का नाम लै रहे ने, जां पंडितां दी एक किस्म है जिन्हां नूं कहंदे कोका ने। कहूं कोक काब होए कै, किते बड़ा वड्डा कवि बन के पुराण को पढ़त मत। किते तू पुराणा नूं पढ़ रहे हैं, किते तू वेद पढ़ रहे हैं, किते तू गायत्री पढ़ रहे हैं, किते तू कुरान पढ़ रहे हैं, किते तू बड़ा सियाणा पंडित कोक शास्त्र पढ़ रहे हैं। फिर कहंदे कतहूं कुरान को निदान जान ले तो हो। किते तू मुल्ला बन के हाफिज बन के तू कुरान नूं पढ़ रहे हैं ते कुरान दी विचार कर रहा है। सारियां दे विच तेरा ही स्वरूप है, कोई तेरे तो खाली नहीं है। फिर कहंदे कहूं वेद रीत, किते तू वेदां दी रीत नूं मनदा है हे वाहिगुरू। कहूं तां स्यों विपरीत, किते तू वेदां दा विरोध करना भी इन्हां विच आ गलत लिखिया होया, वो भी तू ही है, ਉਹਦੇ ਵਿੱਚੋਂ भी वाहिगुरू नूं वेख रहे। कहंदे कहूं त्रिगुण अतीत, कहूं सुर गुण समेत हो। किते तू तीन गुणा तो बिना है ते किते उन्हां दे समेत है, उत्थे भी तू ही है। ਇਹ ਤਾਂ ਸਾਧ ਸੰਗਤ ਜੀ वेदां दी हिंदुआं दी ते मुसलमानां दी गल है ना। तुसीं सुखमणी साहब पढ़ो, उत्थे महाराज ਇਹਦੇ ਤੋਂ भी अगे चले जांदे जे। ਉਹ ਕਹਿੰਦੇ ਨੇ बन ਤਿੰਨ पर्वत है पार ब्रह्म। सवेरे पढ़िया सुखमणी साहब, ਇਹ मैं तुक नाल तां पढ़ी है भी कोई ये ना कहे भी ये तां ग्रंथ ही पता नहीं किहड़ा है जी, कित्थों लाया चुक के। ਇਹ ग्रंथ गुरु ग्रंथ साहिब जी की बाणी के नाल ही मिलता जे। बन तिन पर्वत है पार ब्रह्म, बन बन मैंने जंगल, जंगल भी तू ही है हे पार ब्रह्म। तिन तिन मैंने सुका घा, सुका घा भी तू ही है। पर्वत पर्वत भी तू ही है।
ਇੱਥੇ ਇਹ ਨਹੀਂ ਕਹਿ ਰਿਹਾ ਵੀ ਪਰਬਤ ਦੀ ਪੂਜਾ ਕਰੋ, ਕਹਿੰਦੇ ਉਹਦੇ ਵਿੱਚ ਤੇਰਾ ਜਲਵਾ ਹੈ। ਇਹ ਨਾਲੋਂ ਨਾਲ ਗੱਲਾਂ ਕਲੀਅਰ ਕਰਨੀਆਂ ਨੇ ਆਪਾਂ। ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਜਿਵੇਂ ਜਿਵੇਂ ਉਹਨਾਂ ਨੂੰ ਆਗਿਆ ਮਿਲੀ ਉਵੇਂ ਉਵੇਂ ਦਾ ਉਹ ਕੰਮ ਕਰ ਰਹੇ ਨੇ। ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦਾ ਦਿਸੇ ਸਮਾਹੇ। ਪਾਣੀ ਵਿੱਚ, ਹਵਾ ਵਿੱਚ, ਸਮੁੰਦਰ ਵਿੱਚ, ਧਰਤੀ ਵਿੱਚ, ਸਭ ਵਿੱਚ ਤੂੰ ਹੀ ਹੈ। ਕਹਿੰਦੇ ਕਹੂੰ ਦੇਵਤਾਨ ਕੇ ਦੀਵਾਨ ਮੈਂ ਬਿਰਾਜਮਾਨ। ਕਿਤੇ ਤੂੰ ਦੇਵਤਿਆਂ ਦੀ ਲੱਗੀ ਹੋਈ ਸਭਾ ਦੇ ਵਿੱਚ ਵੱਡਾ ਦੇਵਤਾ ਬਣ ਕੇ ਸਿੰਘਾਸਨ ਤੇ ਬੈਠਾ ਹੋਇਆ, ਉੱਥੇ ਵੀ ਤੂੰ ਹੀ ਹੈ, ਤੇਰੇ ਦਰਸ਼ਨ ਹੋ ਰਹੇ ਨੇ। ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ। ਕਹੂੰ ਦਾਨਵਾਨ, ਦਾਨਵਾਨ ਮੈਨੇ ਦਾਨਵ ਦੈਂਤ, ਗੁਮਾਨ ਮਤ ਦੇਤ ਹੋ। ਤੇ ਕਿਤੇ ਦੈਂਤਾਂ ਦੇ ਵਿੱਚ ਜਾ ਕੇ ਵੱਡਾ ਦੈਂਤ ਬਣ ਕੇ ਤੇ ਸਾਰਿਆਂ ਨੂੰ ਕਹਿੰਦਾ ਵੀ ਹੰਕਾਰੀ ਬਣੋ, ਸਾਰੇ ਹੰਕਾਰੀ ਬਣੋ, ਹੰਕਾਰ ਨਾ ਛੱਡਿਆ ਜੇ, ਉੱਥੇ ਵੀ ਤੂੰ ਹੀ ਹੈ। ਗੁਮਾਨ ਮਤ ਦੇ ਤੂੰ, ਹੰਕਾਰ ਦੀ ਮਤ ਦੇ ਰਿਹਾ, ਉੱਥੇ ਵੀ ਸਭ ਮੈਂ ਜੋਤ ਜੋਤ ਹੈ ਸੋਏ, ਉੱਥੇ ਵੀ ਤੂੰ ਹੀ ਹੈ। ਆਪਾਂ ਨਾਲੋਂ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਲਵਾਂਗੇ। ਇਹ ਬਾਣੀ ਪਤਾ ਕਿਹਨਾਂ ਦੀ? ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ। ਇਹ ਕਿਹੜੀ ਅਵਸਥਾ ਦੀ ਬਾਣੀ ਹੈ? ਮਹਾਰਾਜ ਸੁਖਮਣੀ ਸਾਹਿਬ ਕਹਿਣਗੇ ਜਿਨ ਜਾਤਾ ਤਿਸ ਕੀ ਇਹ ਰਹਿਤ। ਜਿਨਨੇ ਪਹਿਚਾਨ ਲਿਆ ਇਹ ਉਹਨਾਂ ਦੀ ਅਵਸਥਾ ਦੀ ਬਾਣੀ ਹੈ। ਤੇ ਜੇ ਆਪਾਂ ਅਜੇ ਪਹਿਲੀ ਪੌੜੀ ਤੇ ਚੱਲੇ ਆ ਤੇ ਉੱਥੇ ਤੇ ਫਿਰ ਸ਼ੰਕ ਹੀ ਪੈਦਾ ਹੋਣੇ ਨੇ। ਸਾਡਾ ਨੁਕਸ ਹੀ ਇਹ ਹੈ, ਪਹਿਲੀ ਕਲਾਸ ਵਾਲਾ ਜੇ ਕੋਈ 5 ਸਾਲ ਦਾ ਬੱਚਾ ਇਹ ਕਵੇ ਕਿ ਜਿਹੜੀ ਮੈਂ ਪੈਂਟ ਪਾਈ ਇਹ 1.5 ਫੁੱਟ ਦੀ, ਬਸ ਇਹਦੇ ਤੋਂ ਵੱਡੀ ਹੁੰਦੀ ਹੀ ਕੋਈ ਨਹੀਂ, ਉਹਨੂੰ ਕੀ ਕਵਾਂਗੇ? ਉਹ ਕਹੇਗਾ ਜੀ ਨਾ ਜੀ ਨਾ, ਮੇਰੀ ਪੈਂਟ 1.5 ਫੁੱਟ ਦੀ ਏ। ਦੂਜਾ ਕਹਿੰਦਾ ਨਹੀਂ ਜੀ 4 ਫੁੱਟ ਦੀ ਵੀ ਹੁੰਦੀ ਏ। ਉਹ ਕਹਿੰਦਾ ਇਹ ਤੇ ਮੂਰਖ ਨੇ, ਇਹਦੇ ਗੱਪ ਮਾਰਦੇ ਨੇ। ਦੂਜੇ ਦਿਨ ਲਿਖ ਦੇਣਗੇ ਗੱਪ ਮਾਰਿਆ ਜੀ ਸਾਰਾ ਕੁਝ। ਉਹ ਬਚਪਨ ਵਿੱਚ ਨੇ ਅਜੇ, ਤੇ ਬੱਚੇ ਵੀ ਸਿਆਣੇ ਨੇ, ਉਹ ਦੂਜੀ ਗੱਲ ਮੰਨ ਜਾਂਦੇ ਨੇ ਵੀ ਅਸੀਂ ਬੱਚੇ ਆ। ਇਹ ਉਹ ਬੱਚੇ ਨੇ ਜਿਹੜੇ ਮੂਰਖ ਬੱਚੇ ਨੇ, ਜਿਹੜੇ ਹੋ ਬੁੱਢੇ ਗਏ ਨੇ, ਅੰਦਰੋਂ ਅਜੇ ਬੱਚੇ ਨੇ, ਅਕਲ ਕੋਈ ਨਹੀਂ ਆਈ। ਤਾਂ ਸਵੇਰੇ ਕਹਿਣਗੇ ਗੱਪ ਮਾਰਿਆ ਜੀ, ਕਮਰੇ ਵਿੱਚ ਬਹਿ ਕੇ ਲਿਖ ਦੇਣਗੇ ਉੱਤੇ। ਉਹ ਗੱਪ ਹੀ ਦਿਸਣਾ ਜਦੋਂ ਤੁਸੀਂ ਕਿਸੇ ਦੀ ਗੱਲ ਹੀ ਨਹੀਂ ਸੁਣਨੀ ਧਿਆਨ ਨਾਲ, ਨਾ ਤੁਸੀਂ ਕਿਸੇ ਦੀ ਸੰਗਤ ਕਰਨੀ, ਨਾ ਕਿਸੇ ਵਿਦਵਾਨ ਕੋਲ ਬਹਿਣਾ, ਤੁਹਾਨੂੰ ਸਾਰਾ ਕੁਝ ਗੱਪ ਹੀ ਦਿਸਣਾ। ਬਸ ਡਰਾਇੰਗ ਰੂਮ ਜਾਣੇ ਤੇ ਤੁਹਾਡਾ ਇੰਟਰਨੈਟ ਜਾਣੇ, ਉਹਦੇ ਉੱਤੇ ਬਹਿ ਕੇ ਤੁਸੀਂ ਸਿੱਖਣਾ ਸਾਰਾ ਕੁਝ। ਕਿਤੇ ਬੰਦਿਆਂ ਵਿੱਚ ਬਵੋ, ਤੁਹਾਨੂੰ ਪਤਾ ਲੱਗੇ ਵਿਦਿਆ ਕੀ ਹੁੰਦੀ ਹੈ। ਇੱਥੇ ਕਹਿ ਰਹੇ ਨੇ ਕਾਹੂ ਦਾਨਵਾਨ ਕੋ ਗੁਮਾਨ ਮਤ ਦੇਤ ਹੋ। ਕਿਤੇ ਦਾਨਵਾਂ ਦੇ ਵਿੱਚ ਵਿਚਰ ਰਿਹਾ, ਤੂੰ ਉਹਨਾਂ ਨੂੰ ਮਤ ਦੇ ਰਿਹਾ ਵੀ ਹੰਕਾਰੀ ਬਣ ਕੇ ਰਹਿਣਾ ਚਾਹੀਦਾ। ਕਹਿੰਦੇ ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ। ਕਿਤੇ ਤੁਸੀਂ ਇਹ ਕਿਰਪਾ ਕਰਕੇ ਇੰਦਰ ਨੂੰ ਇੰਦਰਪੁਰੀ ਦਾ ਰਾਜਾ ਬਣਾ ਦਿੰਦੇ ਹੋ, ਤੇ ਤੁਸੀਂ ਉਹ ਰਾਜਾ ਵੀ ਆਪ ਹੀ ਹੋ, ਉਹਦੇ ਵਿੱਚ ਵੀ ਤੁਸੀਂ ਬੈਠੇ ਹੋ। ਕਹੂੰ ਇੰਦਰ ਪਦਵੀ ਛਪਾਏ ਛੀਨ ਲੇਤ ਹੋ। ਕਿਤੇ ਇੰਦਰ ਨੂੰ ਤਖਤ ਤੋਂ ਲਾ ਕੇ ਥੱਲੇ ਮਾਰਦੇ ਹੋ ਵੀ ਚੱਲ ਪਰਾਂ ਤੂੰ। ਛਪਾਏ, ਉਹਦੇ ਤੋਂ ਖੋਹ ਲੈਂਦੇ ਉਹਦਾ ਤਖਤ। ਛੀਨ ਲੇਤ ਹੋ, ਖੋਹ ਲੈਂਦੇ ਹੋ। ਜਿਹੜਾ ਇੰਦਰ ਉੱਤੇ ਬੈਠਾ ਸੀ ਉਹਦੇ ਵਿੱਚ ਵੀ ਤੁਸੀਂ ਹੋ, ਤੇ ਜਿਹੜਾ ਲਾਇਆ ਲਾਉਣ ਵਾਲੇ ਵੀ ਤੁਸੀਂ ਹੋ, ਤੇ ਜਿਹਨੂੰ ਲਾਇਆ ਉਹ ਵੀ ਤੁਸੀਂ ਹੋ। ਕਦ ਨੂੰ ਆਪਾਂ ਯਤਨ ਕਰਾਂਗੇ ਕੁਝ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜੇ ਇਹਦੀ ਪੂਰੀ ਤਸਦੀਕ ਕਰਨਗੇ, ਪੂਰੀ ਸਪੋਰਟ ਕਰਨਗੇ, ਜਿਹਦੇ ਵਿੱਚ ਗੁਰੂ ਰਾਮਦਾਸ ਜੀ ਕਹਿੰਦੇ ਛਕਣ ਵਾਲਾ ਵੀ ਤੂੰ, ਲੰਗਰ ਛਕਾਉਣ ਵਾਲਾ ਵੀ ਤੂੰ, ਚੁਲੀ ਕਰਨ ਵਾਲਾ ਵੀ ਤੂੰ, ਦੰਦ ਸਾਫ਼ ਕਰਨ ਵਾਲਾ ਵੀ ਤੂੰ, ਕਣਕ ਬੀਜਣ ਵਾਲਾ ਵੀ ਤੂੰ, ਪੀਣ ਵਾਲਾ ਵੀ ਤੂੰ, ਪਕਾਉਣ ਵਾਲਾ ਵੀ ਤੂੰ, ਤੇ ਵਰਤਾਉਣ ਵਾਲਾ ਵੀ ਤੂੰ, ਤੇ ਖਾਣ ਵਾਲਾ ਵੀ ਤੂੰ, ਹੱਥ ਧਵਾਉਣ ਵਾਲਾ ਵੀ ਤੂੰ, ਤੇ ਜਿਹਨੂੰ ਲੰਗਰ ਛਕਾਇਆ ਉਹਨੂੰ ਵਿਦਿਆ ਕਰਨ ਵਾਲਾ ਵੀ ਤੂੰ, ਤੇ ਜਿਹੜਾ ਵਿਦਿਆ ਹੋਇਆ ਉਹ ਵੀ ਤੂੰ ਹੀ ਹੈ। ਸਾਰਾ ਕੁਝ ਤੂੰ ਹੈ। ਅੱਗੇ ਇੱਕ ਹੋਰ ਬੜਾ ਗਾੜਾ ਜਿਹਾ ਬਚਨ ਕਿਹਾ, ਉਹਨੂੰ ਥੋੜਾ ਜਿਹਾ ਸਹਿਣ ਕਰਕੇ ਸੁਣ ਲੈਣਾ। ਕਹਿੰਦੇ ਕਤਹੂ ਵਿਚਾਰ ਅਵਿਚਾਰ ਕੋ ਵਿਚਾਰਤ ਹੋ। ਕਿਤੇ ਤੁਸੀਂ ਵਿਚਾਰ ਨੂੰ ਸਪੋਰਟ ਕਰਦੇ ਹੋ ਵੀ ਸੋਚ ਵਿਚਾਰ ਕੇ ਕੰਮ ਕਰਨਾ ਚਾਹੀਦਾ, ਅਵਿਚਾਰ ਕੋ, ਤੇ ਕਿਤੇ ਤੁਸੀਂ ਕਹਿੰਦੇ ਹੋ ਕੋਈ ਲੋੜ ਨਹੀਂ ਸੋਚਣ ਦੀ, ਜਿਹੜਾ ਅੱਗੇ ਆਏ ਉਹਨੂੰ ਢਾਲੋ ਫੜ ਕੇ। ਸੋਚਿਆ ਨਹੀਂ ਇਹ ਕੰਮ ਹੁੰਦੇ। ਕਿਤੇ ਤੁਸੀਂ ਇਹ ਵੀ ਸਿੱਖਿਆ ਕਹਿੰਦੇ ਹੋ
क्योंकि ਜਿਹੜੇ कई ਕੰਮ ने ना साध संगत जी, जिथे कोई दवाई ना ਚੱਲੇ ਉੱਥੇ कुछ खास दवाइयां ਕੰਮ ਦਿੰਦੀਆਂ ਨੇ ਤੇ ਉਹ ਦਵਾਈਆਂ ਸੋਚ ਕੇ नहीं ਖਾਧੀਆਂ ਜਾਂਦੀਆਂ। ਕੌੜੀ ਦਵਾਈ ਹੁੰਦੀ ना ਜਿਹੜੀ ਕੌੜੀ ਦਵਾਈ, ਇਹ ਥੋੜਾ ਆਪਾਂ ਮੂੰਹ ਵਿੱਚ ਰੱਖਣਾ ਵੀ ਸਵਾਦ ਲੈ ਕੇ ਅਗਾ ਲੰਘਾਵਾਂਗੇ ਉਹਨੂੰ, ਤੇ ਬੰਦਾ ਕਹਿੰਦਾ ਵੀ ਖਾ ਕੇ ਪਾਸੇ ਕਰੋ, ਬੜੀ ਕੌੜੀ, ਰੋਗ ਉਹ ਹੀ ਕੱਟਦੀ ਜੇ। ਕਈ ਗੱਲਾਂ ਐਸੀਆਂ ਨੇ ਜਿਹੜੀਆਂ ਸੋਚਿਆ ਵਿਚਾਰਿਆਂ ਨਹੀਂ ਹੁੰਦੀਆਂ, ਸੋਚਣ ਵਾਲੇ ਬਾਅਦ ਵਿੱਚ ਆਪੇ ਆ ਜਾਂਦੇ ਹੁੰਦੇ ਨੇ, ਸੁਲਾ ਕਰਾਉਣ ਵਾਲੇ। ਉਹ ਕੰਮ ਕਰਨ ਵਾਲੇ ਹੁੰਦਾ, ਉਹ ਸੋਚਣ ਵਾਲਾ ਨਹੀਂ ਜੇ ਹੁੰਦਾ। ਉੱਥੇ ਕਹਿੰਦੇ ਉੱਥੇ ਵੀ ਤੂੰ ਹੀ ਹੈ, ਝਗੜਾ ਕਰਨ ਵਾਲਾ ਵੀ। ਕਹੂੰ ਵਿਚਾਰ ਵਿਚਾਰ ਕੋ ਵਿਚਾਰਤ ਹੋ। ਫਿਰ ਅੱਗੇ ਇੱਕ ਹੋਰ ਬਚਨ ਕਿਹਾ ਹੈ, ਕਹੂੰ ਨਿਜ ਨਾਰ, ਕਿਤੇ ਤੁਸੀਂ ਆਪਣੀ ਨਿਜ ਨਾਰ ਮੈਨੇ ਪਤਨੀ ਪਤੀ ਵਰਤ ਉੱਚੇ ਕਰੈਕਟਰ ਵਾਲੇ ਹੋ। ਕਹੂੰ ਨਿਜ ਨਾਰ ਪਰ ਨਾਰ ਕੇ ਨਕੇਤ ਹੋ। ਨਕੇਤ ਮੈਨੇ ਘਰ, ਕਿਤੇ ਤੁਸੀਂ ਪਰ ਇਸਤਰੀ ਦੇ ਘਰ ਵਿੱਚ ਵੀ ਹੋ, ਉੱਥੇ ਵੀ ਤੁਸੀਂ ਹੋ। ਜਿਹਦਾ ਕਰੈਕਟਰ ਬੜਾ ਉੱਚਾ ਹੈ ਉੱਥੇ ਵੀ ਤੁਸੀਂ ਹੋ, ਜਿਹਦਾ ਕਰੈਕਟਰ ਬਿਲਕੁਲ ਨੀਵਾਂ ਉੱਥੇ ਵੀ ਤੁਹਾਡਾ ਵਾਸ ਹੈ। ਇਸ ਪੰਕਤੀ ਵਿੱਚ ਬੜੀ ਲੰਮੀ ਸਿੱਖਿਆ, ਹੁਣ ਟਾਈਮ ਸਮਾਪਤੀ ਦੇ ਨੇੜੇ ਹੈ। ਇੱਥੇ ਕਈ ਪ੍ਰਕਾਰ ਦੀ ਸਿੱਖਿਆ ਹੈ। ਇੱਥੇ ਜਿਹੜਾ ਉੱਚੇ ਕਰੈਕਟਰ ਵਾਲਾ ਨਾ, ਉਹਦੇ ਹੰਕਾਰ ਨੂੰ ਵੀ ਥੱਲੇ ਲਾਇਆ ਵੀ ਕਿਤੇ ਤੂੰ ਨਾ ਸੋਚੀ ਵੀ ਕੱਲਾ ਰੱਬ ਤੇਰੇ ਕੋਲ ਹੀ ਹੈ, ਰੱਬ ਉੱਥੇ ਵੀ ਬੈਠਾ ਹੋਇਆ ਹੀ, ਉਹਨੂੰ ਵਿਸ਼ਵਾਸ ਦੇ ਰਿਹਾ। ਹਾਂ, ਉਹਦੇ ਕਰਮ ਨੂੰ ਸਪੋਰਟ ਨਹੀਂ ਕੀਤਾ ਇੱਥੇ, ਉਹਨੂੰ ਤੇ ਨਿੰਦਿਤ ਕੀਤਾ ਬਾਣੀ ਦੇ ਵਿੱਚ। ਇਹਦਾ ਅਰਥ ਇਹ ਨਾ ਕੱਢ ਲੈਣਾ ਵੀ ਹੁਣ ਗਿਆਨੀ ਜੀ ਨੇ ਕਹਿ ਦਿੱਤਾ ਸੀ ਵੀ ਕਰੈਕਟਰ ਉੱਚੇ ਵਾਲਾ ਵੀ ਤੂੰ ਹੀ ਹੈ ਤੇ ਨੀਵੇਂ ਵਾਲਾ ਵੀ ਤੂੰ ਹੀ ਹੈ, ਇਸ ਕਰਕੇ ਖੋਲ ਦਿਓ ਰੱਸੇ ਸਾਰੇ, ਛੱਡੋ ਪਰਾਂ। ਨਹੀਂ ਨਹੀਂ, ਇਹ ਸਭ ਤੋਂ ਵੱਡਾ ਕੁਕਰਮ ਹੈ। ਇੱਥੇ ਕੁਕਰਮ ਦੀ ਸਪੋਰਟ ਨਹੀਂ ਹੈ। ਇਹਦੇ ਕਲਗੀਧਰ ਪਾਤਸ਼ਾਹ ਆਪ ਕਹਿੰਦੇ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂੰ ਨਾ ਜਈਓ, ਪਰ ਤਨ ਪਰ ਦਾਰਾ ਪਰ ਹਰੀ ਤਾਂ ਕੈ ਨਿਕਟ ਬਸੈ ਨਿਰਹਰੀ। ਇਹ ਤਾਂ ਨਖੇਦ ਕੀਤਾ ਗਿਆ ਹੈ, ਪਰ ਇਹ ਦਿਵ ਦ੍ਰਿਸ਼ਟੀ ਵਿੱਚੋਂ ਕਿਹਾ ਵੀ ਜੇ ਕੋਈ ਨੀਵੇਂ ਕਰਮ ਵਾਲਾ ਹੈ, ਮਹਾਰਾਜ ਜੋਤ ਤੇ ਤੇਰੀ ਉੱਥੇ ਹੈ ਨਾ, ਜਦੋਂ ਤੂੰ ਜੋਤ ਖਿੱਚ ਲਈ ਉਹਦੇ ਵਿੱਚੋਂ ਤੇ ਮਾੜਾ ਕਰਮ ਵੀ ਕਿਵੇਂ ਕਰੇਗਾ, ਉਹ ਉੱਠੇ ਨਹੀਂ ਜਾਣਾ। ਤੇਰੀ ਜੋਤ ਵਿੱਚ ਵਰਤ ਰਹੀ ਏ। ਕਹੂੰ ਨਿਜ ਨਾਰ, ਕਿਤੇ ਤੂੰ ਬੜੇ ਉੱਚੇ ਸੁੱਚੇ ਚਰਿੱਤਰ ਵਾਲਾ ਹੈ, ਉੱਚੇ ਸੁੱਚੇ ਕਰੈਕਟਰ ਵਾਲਾ ਹੈ, ਉੱਥੇ ਵੀ ਤੇਰੀ ਜੋਤ ਵਰਤ ਰਹੀ ਏ। ਤੇ ਪਰ ਨਾਰ ਕੇ ਨਕੇਤ ਹੋ, ਕਿਤੇ ਪਰ ਗ੍ਰਹਿ ਦੇ ਵਿੱਚ ਬੈਠਾ ਜੋਤ ਉੱਥੇ ਵੀ ਤੇਰੀ ਵਰਤ ਰਹੀ ਏ। ਪਰ ਦੋਵਾਂ ਦੇ ਕਰਮਾਂ ਦਾ ਲੇਖਾ ਉਸ ਬੰਦੇ ਨੂੰ ਦੇਣਾ ਪੈਣਾ ਹੈ ਜਿਹਦਾ ਉੱਚਾ ਕਰੈਕਟਰ ਹੈ, ਜਿਹਨੇ ਨਾਮ ਤੇ ਆਇਆ ਗਏ ਮਸਕਤ ਕਾਲ। ਇਹਦੇ ਤੋਂ ਪਹਿਲਾਂ ਆਉਂਦਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮਾਂ ਦਾ ਹਿਸਾਬ ਮਨੁੱਖ ਨੂੰ ਦੇਣਾ ਪੈਣਾ, ਪਰ ਹੈ ਸਾਰਿਆਂ ਥਾਵਾਂ ਤੇ ਜੋਤ ਉਹਦੀ ਪਸਰ ਰਹੀ। ਫਿਰ ਕਹਿੰਦੇ ਕਹੂੰ ਬੇਦ ਰੀਤ, ਕਹੂੰ ਤਾਂ ਸੋ ਵਿਪਰੀਤ। ਕਿਤੇ ਵੇਦਾਂ ਦੇ ਮੁਤਾਬਕ ਤੂੰ ਰੀਤੀ ਕਰ ਰਿਹਾ ਤੇ ਕਿਤੇ ਉਹਦੇ ਉਲਟੇ ਧਾਰਮਿਕ ਗ੍ਰੰਥਾਂ ਦੇ। ਕਹੂੰ ਤ੍ਰਿਗੁਣ ਅਤੀਤ, ਕਹੂੰ ਸੁਰ ਗੁਣ ਸਮੇਤ ਹੋ। ਕਿਤੇ ਤਿੰਨ ਗੁਣਾਂ ਦੇ ਸੁਭਾਅ ਵਾਲਾ ਤੇ ਕਿਤੇ ਉਹਦੇ ਤੋਂ ਉਲਟ ਹੈ ਤੂੰ। ਇਹ ਉਹਦੇ ਸੁਭਾਅ ਤਿੰਨ ਆਪਾਂ ਬੰਦ ਵਿਚਾਰੇ ਨੇ। ਅਗਲਿਆਂ ਵਿੱਚ ਇਸੇ ਤਰ੍ਹਾਂ 3 ਦਿਨ ਹੋਰ ਆਪਾਂ ਕਲਗੀਧਰ ਪਾਤਸ਼ਾਹ ਜੀ ਦੀ ਇਸ ਉੱਚੀ ਸੁੱਚੀ ਪਵਿੱਤਰ ਬਾਣੀ ਨੂੰ ਵਿਚਾਰ ਕਰਾਂਗੇ। ਆਓ ਹੁਣ 1-2 ਮਿੰਟ ਵਾਸਤੇ ਸਿਮਰਨ ਵਿੱਚ ਜੁੜੀਏ। ਵਾਹਿਗੁਰੂ 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 ਵਾਹਿਗੁਰੂ
ਸੋ ਸਾਧ ਸੰਗਤ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।